वाहिगुरु जी का खालसा वाहिगुरु जी की फतेह। चावर छतर तख्तां दे मालक गुरगद्दी ते सुभाईमान सतगुरु श्री गुरु ग्रंथ साहिब जियां दी निगी गोद विच बड़े ही प्रेम सहित संध्या के दीवाना अंदर जुड़ बैठे हो। सुभाग प्राप्त हुए है संगत विच एकत्र होने का। आओ गुरु कृपा दे नाल इन्हां घड़ियां नूं सफलियां बनाइए। गुर इतिहास के पावन प्रसंगां दे विचों आप जी ने सरवण कीता सी। जगत गुरु गुरु नानक साहिब सच्चे पातशाह गर्मी की रुत तो बाद बरसातां दे मौसम दे विच भी गावां ते मੱਝਾਂ दे बहाने दुनिया ते जीवां दा उद्धार करदे ने। बेशक मां बाप बार बार कहते ने पुत्र वग चराउणे छड्ड दिओ। एक दिन पिता जी कहते तुसी सियाणे बड़े हो, एवें गावां मੱਝਾਂ दे पिछे जाके धूड़ विच धूड़ नाल भर जांदे हो। बलदां नूं लैके खेतां विच हल वाहो। पुत्र खेती करिया करो। सतगुरां ने पिता जी का वचन सुन के सत वचन कह दिता। पिता कल्याण चंद इस गलों बड़े खुश ने भी जे पुत खेती करनी सीख गया, बड़े मुरब्बियां दे विच जमीन लै देंगे, खुद कमाएगा, खुद खाएगा ते खवाएगा। इन्हां सारे प्रसंगां नूं विस्तार सहित आप जी ने सरवण कीता है। आओ कुछ समा मन चित व्यक्तियां नूं एकाग्र चित बनाइए। पाओ प्रेम दी सांझ, गज बज के आखो जी सतनाम श्री वाहिगुरु साहिब जी। सतनाम श्री साहिब जी। लंगुल संग बोहर कर कामा, बीज सोले हो सब मन धामा। सतगुरु गुरु नानक साहब सच्चे पातशाह जिन्हां ने पिता जी के वचन नूं मनदे होए गावां अते मੱਝਾਂ नूं चराउणा छड्ड दिता। हुण हुक्म सी पिता दा खेती करो। अग हल चुके है, बलदां नूं हके है। सतगुरां दीआं गावां ते मੱਝਾਂ दे वग विच केवल दो बैल सन, दो बलद सन जो चट्टे रंग दे ने, सफेद वगे हैं, बड़े तंदुरुस्त ने, सेहतमंद ने। कदे इन्हां बलदां दे नाल हल वाहे ने चाचा लाल चंद जी ने, पिता कल्याण चंद जी ने। अज पिता पुरखी वारी आई है गुरु साहब दी। 10-11 साल की उम्र दे विच पिता जी ने यह जिम्मेवारी अपने पुत्र नूं सौंप दित्ती। बेटा खेतां विच जाके हल वाओ ते 1.25 मन
ਤੋਲ ਕੇ ਬੀਜ ਲੈ ਲਓ। ਵੇਖਦੇ ਆ ਤੁਹਾਡਾ ਬੀਜਿਆ ਹੋਇਆ ਬੀਜ ਕਿੰਨਾ ਕੁ ਪ੍ਰਫੁੱਲਤ ਹੁੰਦਾ ਹੈ, ਫਲੀਭੂਤ ਹੁੰਦਾ ਏ। ਜਾਏ ਰਾਹੀਏ ਖੇਤ ਨਰਾਲਾ, ਕਰ ਹੋ ਨੀਰ ਸੋ ਤਹਿ ਪ੍ਰਤਪਾਲਾ। ਤੇ ਬਚਨ ਨਾਲ ਇਹ ਕਹਿ ਦਿੱਤਾ, ਪੁੱਤਰ ਦੋਸਤਾਂ ਮਿੱਤਰਾਂ ਸਾਕ ਸੰਬੰਧੀਆਂ ਨੂੰ ਨਾਲ ਲੈ ਕੇ ਨਹੀਂ ਜਾਣਾ। ਜਾਓਗੇ ਇਕੱਲੇ ਜਾਓਗੇ, ਤੁਹਾਡੇ ਨਾਲ ਇੱਕ ਕੰਮ ਕਰਨ ਵਾਲਾ ਜਾ ਸਕਦਾ ਹੈ। ਕਿਤੇ ਇਹ ਨਾ ਹੋਵੇ ਸਾਥੀਆਂ ਦੇ ਨਾਲ ਸਤਿਗੁਰੂ ਜੀ ਦੂਜਿਆਂ ਦੇ ਖੇਤਾਂ 'ਚ ਕੰਮ ਕਰਾਉਣ ਲੱਗ ਜਾਣ। ਉੱਥੇ ਬੜੇ ਵੱਡੇ ਦਿਲਦਾਰ ਨੇ ਜਿਨ੍ਹਾਂ ਨੇ ਕਦੇ ਆਪਣੇ ਆਪ ਤੱਕ ਮਤਲਬ ਰੱਖੇ ਹੀ ਕੋਈ ਨਹੀਂ। ਇਸੇ ਕਰਕੇ ਪਿਤਾ ਨੇ ਆਖਿਆ ਇੱਕ ਕਾਮਾ ਲੈ ਜਾ ਮੇਰੇ ਕੋਲੋਂ ਕੰਮ ਕਰਨ ਵਾਲਾ। ਦੋਨੋਂ ਰਲ ਮਿਲ ਕੇ ਹਲ ਵਾਓ ਸਵਾਰ ਖੇਤ ਨੂੰ, ਫਿਰ ਬੀਜ ਦਾ ਛੱਟਾ ਦੇ ਦਿਓ ਤੇ 2 ਦਿਨ ਬਾਅਦ ਪੁੱਤਰ ਮੈਂ ਆਪ ਵੇਖ ਕੇ ਆਵਾਂਗਾ ਹਲ ਕਿਹੋ ਜਿਹਾ ਵਾਹਿਆ। ਬੇਸ਼ੱਕ ਜਿਹੋ ਜਿਹਾ ਮਰਜ਼ੀ ਹੋਵੇ, ਪਿਤਾ ਨੇ ਦੇਣੀ ਤੇ ਹੱਲਾਸ਼ੇਰੀ ਹੋਈ ਹੈ ਵੀ ਇਸ ਵਾਰ ਨਾ ਸਹੀ ਤੇ ਅਗਲੀ ਵਾਰ ਸਹੀ। ਸਤਿਗੁਰਾਂ ਨੇ ਬਚਨ ਸੁਣਿਆ, ਹਲ ਲੈ ਕੇ ਖੇਤਾਂ ਨੂੰ ਚਲੇ ਗਏ। 1.25 ਮਣ ਬੀਜ ਲੈ ਕੇ ਉਹ ਵੀ ਆ ਗਏ, ਗੱਡੇ 'ਚ ਰੱਖਿਆ ਤੇ ਪਹੁੰਚ ਗਏ ਖੇਤ ਵਿੱਚ। ਪਹਿਲਾ ਦਿਨ ਹਲ ਵਾਹਿਆ, ਦੂਜਾ ਦਿਨ ਵਾਹਿਆ, ਤੀਜਾ ਦਿਨ ਵਾਹਿਆ। ਕਹਿੰਦੇ ਵਾਹ ਕੇ ਹਲ ਸਿਆਰ ਕੱਢ ਦਿੱਤੇ ਗਏ। ਹੁਣ ਬਲਦਾਂ ਨਾਲ ਖੇਤੀ ਹੈ, ਸਮਾਂ ਤੇ ਲੱਗਣਾ ਹੈ, ਕੋਈ ਅੱਜ ਵਾਲਾ ਕੰਮ ਤੇ ਹੈ ਨਹੀਂ ਵੀ ਟਰੈਕਟਰ ਚੁੱਕਿਆ ਕੁਛ ਘੰਟਿਆਂ ਦੇ ਵਿੱਚ ਕਈ ਏਕੜਾਂ ਨੂੰ ਵਾਹ ਸਵਾਰ ਕੇ ਬੰਦਾ ਤਿਆਰ ਕਰ ਦਿੰਦਾ। ਹੁਣ ਉਹਨਾਂ ਬਲਦਾਂ ਦੀ ਖੇਤੀ ਹੈ ਜਿਹੜੀ ਜੈਵਿਕ ਖੇਤੀ ਸੀ, ਰਸਾਇਣਕ ਖੇਤੀ। ਜਿਸ ਖੇਤੀ ਦੇ ਵਿੱਚ ਧਰਤੀ ਦੀ ਉਪਜਾਊ ਸ਼ਕਤੀ ਬਹੁਤ ਸੀ, ਸਪਰੇਹਾਂ ਘੱਟ ਸੀ, ਤੇ ਜਦੋਂ ਬਲਦ ਹੌਲੀ ਹੌਲੀ ਤੁਰਦੇ ਆ ਤੇ ਉਸ ਮਿੱਟੀ ਨੂੰ ਚੰਗੀਆਂ ਧੁੱਪਾਂ ਲੱਗਦੀਆਂ ਸੀ, ਸਮਾਂ ਲੱਗਦਾ ਸੀ ਜ਼ਿਆਦਾ। ਤੇ ਗੁਰੂ ਸਾਹਿਬ ਜੀ ਨੇ ਪਹਿਲੀ ਵਾਰ ਖੇਤਾਂ ਵਿੱਚ ਹਲ ਚਲਾਇਆ, ਰਚਨਾ ਤੋਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਹਲ ਵਾਹੁਣ ਤੋਂ ਬਾਅਦ ਖੇਤ ਵਿੱਚ ਬੀਜ ਖਿਲਾਰਿਆ ਏ। ਮ੍ਰਿਗ ਪਸ਼ੂਨ ਕੇ ਹੋਏ ਰਖਵਾਰੀ, ਕ੍ਰਿਖ ਪਕਾਏ ਕੀਜੈ ਖਲਵਾਰੀ। ਹੁਣ ਕੱਲਾ ਖੇਤ ਬੀਜਣ ਨੂੰ ਕਿਸਾਨੀ ਨਹੀਂ ਕਹਿੰਦੇ। ਬੀਜਣ ਤੋਂ ਬਾਅਦ ਫਸਲ ਦੀ ਰੱਖਿਆ ਕਰਨੀ, ਉਹਨੂੰ ਪਾਣੀ ਲਾਉਣਾ, ਰਖਵਾਲੀ ਕਰਨੀ, ਪੰਛੀਆਂ ਜੀਵਾਂ ਜਾਨਵਰਾਂ ਦਾ ਧਿਆਨ ਰੱਖਣਾ, ਕੋਈ ਉਜਾੜ ਨਾ ਜਾਏ। ਜਦੋਂ ਤੱਕ ਫਸਲ ਪੱਕਦੀ ਨਹੀਂ ਉਦੋਂ ਤੱਕ ਜ਼ਿਮੀਂਦਾਰ ਦੇ ਸਾਹ ਸੁੱਤੇ ਰਹਿੰਦੇ। ਪਹਿਲਾਂ ਦੇ ਪਿਤਾ ਜੀ ਨੇ ਸਿਰਫ ਬੀਜਣ ਦੀ ਗੱਲ ਕੀਤੀ ਸੀ, ਹੁਣ ਕਹਿੰਦੇ ਪੁੱਤ ਬੀਜਣ ਤੋਂ ਬਾਅਦ ਵਾਹੁਣ ਸਵਾਰਨ ਤੋਂ ਬਾਅਦ ਇਸ ਖੇਤੀ ਦਾ ਧਿਆਨ ਵੀ ਰੱਖਿਓ, ਕਿਤੇ ਗਾਵਾਂ ਮੱਝਾਂ ਨਾ ਚਰ ਜਾਣ। ਹਰੀ ਫਸਲ ਦਾ ਤੇ ਨੁਕਸਾਨ ਜੀਵਾਂ ਜੰਤੂਆਂ ਨਹੀਂ ਕਰਨਾ। ਸਤਿਗੁਰਾਂ ਨੇ ਪਿਤਾ ਜੀ ਦੀ ਗੱਲ ਸੁਣ ਕੇ ਅਣਸੁਣੀ ਕਰਤੀ, ਕਹਿੰਦੇ ਸਤਿ ਪਿਤਾ ਜੀ ਹੋਤੇ ਲੈਣ ਦਿਓ। ਬਾਪੂ ਜੀ ਕਹਿੰਦੇ ਪੁੱਤ ਕੁਛ ਦਿਨਾਂ ਬਾਅਦ ਬੀਜ ਪੁਗਰਨੇ ਸ਼ੁਰੂ ਹੋਣਗੇ, ਤੁਸੀਂ ਪਾਣੀ ਲਾ ਦੇਣਾ ਤੇ ਆਪ ਉਸ ਖੇਤ ਵਿੱਚ ਰੋਜ਼ ਰਿਹਾ ਕਰਨਾ। ਜਾਣਾ ਰੂਟੀਨ ਨਾਲ ਘਰੋਂ ਹੀ ਹੈ, ਪਰ ਹੁਣ ਮੱਝਾਂ ਨਹੀਂ ਚਾਰਨੀਆਂ, ਖੇਤਾਂ 'ਚ ਰਹਿਣਾ। ਬੇਟਾ ਜਦ ਤੁਸੀਂ ਇਹਨਾਂ ਫਸਲਾਂ ਨੂੰ ਚੰਗੀ ਤਰ੍ਹਾਂ ਉਗਾ ਕੇ ਪਕਾ ਕੇ ਲੈ ਆਓਗੇ ਨਾ, ਜ਼ਮਾਨੇ ਵਿੱਚ ਤੁਹਾਡੀ ਸਿਫਤ ਹੋਏਗੀ। ਵੇਖੋ ਕਲਿਆਣ ਚੰਦ ਦਾ ਪੁੱਤਰ ਖੇਤੀ ਕਰਦਾ ਹੈ, ਚੰਗਾ ਕਿਰਸਾਨ ਹੈ, ਜਿਹਨੇ ਕਿਰਸਾਨੀ ਸਿੱਖੀ ਹੈ। ਗੁਰੂ ਸਾਹਿਬ ਸਾਥੀ ਨੂੰ ਲੈ ਕੇ ਗਏ ਆ ਜੀ, ਬੀਜ ਦਿੱਤਾ, ਛਿੱਟਾ ਦੇ ਦਿੱਤਾ, ਕਿਉਂਕਿ ਕਦੇ ਵੇਖਿਆ ਨਹੀਂ ਸੀ, ਕੀਤਾ ਨਹੀਂ ਸੀ। ਬੇਸ਼ੱਕ ਆਮ ਲੋਕਾਂ ਨੂੰ ਆਉਂਦੇ ਜਾਂਦੇ ਤੱਕ ਲੈਂਦੇ ਸੀ ਬੀਜ ਕਿੱਦਾਂ ਸੁੱਟਿਆ ਜਾਂਦਾ, ਪਰ ਕਦੇ ਪਿਤਾ ਜੀ ਨੇ ਸਪੈਸ਼ਲ ਤੌਰ ਤੇ ਸਿਖਾਇਆ ਨਹੀਂ ਸੀ। ਐਵੇਂ ਹੀ ਕਹਿ ਦਿੱਤਾ ਪੁੱਤਰ ਜਾਓ ਖੇਤੀ ਹਲ ਲੈ ਜਾਓ। ਤੇ ਸਤਿਗੁਰਾਂ ਨੇ ਬੜੇ ਸੋਹਣੇ ਤਰੀਕੇ ਨਾਲ ਹਲ ਵਾਏ ਸਵਾਰੇ, ਪਰ ਬਲਦਾਂ ਦੀ ਕੋਈ ਸੋਟੀ ਨਹੀਂ ਮਾਰੀ, ਜੀਵਾਂ ਨੂੰ ਕੋਈ ਦੁੱਖ ਨਹੀਂ ਦਿੱਤਾ। ਜੇ ਅਨ ਆਨੋ ਬੋ ਇੱਕ ਬਾਰੀ, ਰੱਖ ਦੇ ਮੂੰਹ ਕਾਮੀ ਦੋਈ ਚਾਰੀ। ਹੁਣ ਜਦੋਂ ਬੀਜ ਕੇ ਸਤਿਗੁਰ ਘਰ ਆਏ ਆ, ਇਸ਼ਨਾਨ ਕਰਕੇ ਬੈਠੇ ਨੇ, ਪਿਤਾ ਜੀ ਕਹਿੰਦੇ ਪੁੱਤ ਜੇ ਇਸ ਵਾਰ ਬਹੁਤਾ ਫਲ ਨਿਕਲਿਆ ਨਾ, ਅਗਲੀ ਵਾਰ ਕਈ ਕਾਮੇ ਮਜ਼ਦੂਰ ਰੱਖਦੇ ਆ, ਤੁਹਾਨੂੰ ਬਹੁਤਾ ਕੰਮ ਕਰਨ ਦੀ ਲੋੜ ਨਹੀਂ, ਤੇ ਮੈਂ ਤੁਹਾਨੂੰ ਜ਼ਮੀਨ ਹੋਰ ਲੈ ਦਿਆਂਗਾ। ਵਾਹੁਣਾ ਸਿੱਖ ਲਓ, ਸਵਾਰਨਾ ਸਿੱਖ ਲਓ, ਫਸਲ ਪਕਾਉਣੀ ਸਿੱਖ ਲਓ, ਵੱਢਣੀ ਸਿੱਖ ਲਓ। ਜਦ ਤੁਹਾਨੂੰ ਖੇਤੀ ਕਰਨੀ ਆ ਗਈ, ਜਿੰਨੀ ਜ਼ਮੀਨ ਕਹੋਗੇ ਤੁਹਾਡੇ ਨਾਂ ਕਰ ਦਿਆਂਗੇ। ਵਾਹਿਆ ਕਰਿਓ, ਬੀਜਿਆ ਕਰਿਓ,
ਮੰਡੀ ਜਾ ਕੇ ਧਨ ਕਮਾਇਆ ਕਰਿਓ। ਅਸ ਬਿਦ ਕੀ ਕ੍ਰਿਤ ਕਰਹੁ ਨਿਵਾਹੀ ਅਟੁੱਟ ਹੋਈ ਸਭ ਕਿਛ ਘਰ ਮਾਹੀ। ਹੁਣ ਸਤਿਗੁਰ ਸੱਚੇ ਪਾਤਸ਼ਾਹ ਬੀਜ ਬੀਜ ਕੇ ਆ ਗਏ ਨੇ, ਪਰ ਪਿਤਾ ਜੀ ਪੜ੍ਹਤੀ ਰੋਜ਼ ਪੜਾਉਂਦੇ ਆ ਵੀ ਕਿਤੇ ਪੁੱਤ ਕੰਮ ਹੀ ਨਾ ਛੱਡਦੇ। ਰੋਜ਼ ਫਾਇਦੇ ਦੱਸਦੇ ਆ, ਕਹਿੰਦੇ ਵੇਖ ਬੇਟਾ, ਜਦੋਂ ਜ਼ਮੀਨ ਤੇਰੇ ਕੋਲ ਵਧੀਆ ਹੋਏਗੀ, ਤੈਨੂੰ ਕੰਮਕਾਰ ਕਰਨਾ ਆਏਗਾ, ਤੇਰਾ ਰਿਸ਼ਤਾ ਵੀ ਚੰਗੇ ਘਰਾਣੇ ਵਿੱਚ ਹੋ ਜਾਊਗਾ। ਇਹ ਸੁਭਾਵਿਕ ਗੱਲਾਂ ਨੇ, ਜ਼ਿਮੀਂਦਾਰਾਂ ਦੇ ਘਰਾਂ ਵਿੱਚ ਹੁੰਦੀਆਂ ਨੇ। ਅਗਲਾ ਕਹਿੰਦਾ ਹੈ ਕੱਲੀ ਪੜ੍ਹਾਈ ਨੂੰ ਕਿਸੇ ਨੇ ਕੁਛ ਨਹੀਂ ਕਰਨਾ, ਡਿਗਰੀਆਂ ਤੇ ਦੁਨੀਆ 'ਚ ਕੀ ਫਿਰਦੀ ਹੈ। ਜੇ ਡਿਗਰੀ ਕਰਕੇ ਨੌਕਰੀ ਨਾ ਲੱਗੀ, ਕਮਾਉਣ ਜੋਗਾ ਨਾ ਹੋਇਆ, ਤੇ ਬਖਾਨਿਆਂ ਨੂੰ ਕੀ ਖਵਾਏਗਾ, ਕਿਹਦੇ ਸਿਰ ਤੇ ਘਰ ਚਲਾਏਗਾ। ਕਮਾਉਣਾ ਸੌਖਾ ਨਹੀਂ ਹੈ। ਜਦੋਂ ਕਮਾਉਣ ਲੱਗ ਜਾਂਦਾ ਫਿਰ ਸਮਝ ਆ ਜਾਂਦੀ ਪਿਤਾ ਜੀ ਤਰੀਕੇ ਨਾਲ ਆਪਣੇ ਪੁੱਤ ਨੂੰ ਮੋਹ ਦੀ ਤੰਦ 'ਚ ਵਾੜ ਰਹੇ ਆ। ਇਹਨੂੰ ਲਾਲਚ ਪੈ ਜੇ ਮਾਇਆ ਦਾ ਵੀ ਜਦ ਖੇਤੀ ਕਰੇਗਾ। ਪੁੱਛਣਾ ਤੇ ਲੋਕਾਂ ਨੇ ਇਹੀ ਆ, ਅੱਜ ਤੱਕ ਦੇਖੋ 500 550 ਸਾਲ ਹੋ ਗਏ, ਅੱਜ ਵੀ ਕਿਤੇ ਰਿਸ਼ਤੇ ਦੀ ਗੱਲ ਕਰਦੇ ਆ ਤੇ ਲੋਕ ਇਹੀ ਕਹਿੰਦੇ ਆ ਨਾ ਵੀ ਜ਼ਮੀਨ ਦੇਣੀ ਹੈ। ਕਿਉਂ? ਕਿਉਂਕਿ ਲੋਕ ਇਨਸਾਨੀਅਤ ਨਹੀਂ ਵੇਖਦੇ, ਲੋਕੀ ਸੁਭਾਅ ਨਹੀਂ ਵੇਖਦੇ। ਲੋਕ ਵੇਖਦੇ ਆ ਵੀ ਜੇ ਕੱਲ ਨੂੰ ਮੁੰਡਾ ਗੜਬੜ ਕਰੂਗਾ, ਕੇਸ ਠੋਕਾਂਗੇ, ਜੇ 100 ਏਕੜ ਜ਼ਮੀਨ ਆ ਤੇ 50 ਕਿੱਲੇ ਸਾਡੀ ਕੁੜੀ ਦੇ ਨੇ, ਆਖੋ ਸਤਿਨਾਮ। ਪਹਿਲਾਂ ਲੋਕ ਸੋਚ ਕੇ ਜਾਂਦੇ ਆ, ਜੇ ਹੋਊ ਨਸ਼ੇੜੀ ਉਹਨੇ 50 ਵੀ ਨਹੀਂ ਛੱਡਣੇ, ਜੇ ਕਿਰਤੀ ਹੋਊਗਾ ਮਿਹਨਤ ਕਰਕੇ ਉਹਨੇ 50 ਛੱਡੋ 1000 ਵੀ ਬਣਾ ਲੈਣੇ। ਇਹੀ ਕਾਰਨ ਹੈ ਕੋਰਟਾਂ ਕਚਹਿਰੀਆਂ 'ਚ ਜਾ ਕੇ ਵੇਖੋ ਸਭ ਤੋਂ ਵੱਧ ਤਲਾਕਾਂ ਦੇ ਕੇਸ ਚੱਲਦੇ ਆ। ਸਭ ਤੋਂ ਜ਼ਿਆਦਾ ਇਹੀ ਕੰਮ ਨੇ। ਅੱਜ ਵਿਆਹ ਇੱਕ ਧੰਦਾ ਬਣ ਗਿਆ, ਅੱਜ ਵਿਆਹ ਪਿਓਰ ਪਾਵਨ ਰਿਸ਼ਤਾ ਨਹੀਂ ਰਿਹਾ, ਸਿਰਫ ਗਲ ਪੈਣ ਵਾਲਾ ਹੀ ਸੌਦਾ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਵੀ ਇਹ ਗੱਲਾਂ ਆਮ ਸੀ, ਪੁੱਤ ਜੇ ਤੇਰੇ ਕੋਲ ਜ਼ਮੀਨ ਹੋਊਗੀ, ਵਾਹੁੰਦਾ ਬੀਜਦਾ ਹੋਏਗਾ, ਤਾਂ ਹੀ ਉਹ ਰਿਸ਼ਤਾ ਹੋਊ। ਤੇ ਜੇ ਤੂੰ ਏਦਾਂ ਹੀ ਨਕੰਮਾ ਰਿਹਾ, ਕਦੇ ਉੱਥੇ ਸੌਂ ਗਿਆ, ਇੱਥੇ ਸੌਂ ਗਿਆ, ਤੈਨੂੰ ਆਪਣੀ ਧੀ ਕੌਣ ਦੇ ਦੇਗਾ। ਹੁਣ ਪਿਤਾ ਜੀ ਗੱਲਾਂ ਗੱਲਾਂ ਤੇ ਤਾਨੇ ਮਾਰ ਜਾਂਦੇ ਆ, ਗੁਰੂ ਸਾਹਿਬ ਸੁਣ ਕੇ ਹੱਸ ਪੈਂਦੇ ਆ ਵੀ ਬਾਪੂ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਆ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਵੇਖਦੇ ਰਹੇ, ਮਨ 'ਚ ਖਿਆਲ ਆਇਆ ਵੀ ਪਿਤਾ ਜੀ ਸਾਨੂੰ ਖੇਤੀ ਨਹੀਂ ਸਿਖਾ ਰਹੇ, ਪੈਸੇ ਬਣਾਉਣੇ ਸਿਖਾਉਂਦੇ ਨੇ, ਆਖੋ ਸਤਿਨਾਮ। ਖੇਤੀ ਦੇ ਹੁਨਰ ਪਿੱਛੇ ਸਾਨੂੰ ਲਾਲਚ ਵਿੱਚ ਵਾੜ ਰਹੇ ਨੇ। ਪੁੱਤਰ ਤੇਰੇ ਕੋਲ ਮਾਇਆ ਵੱਧ ਕਿਵੇਂ ਇਕੱਠੀ ਹੋਵੇ? ਕਹਿੰਦੇ ਬੇਟਾ ਤੈਨੂੰ ਕਈ ਮੁਰੱਬੇ ਲੈ ਕੇ ਦੇ ਦਿਆਂਗਾ, ਜ਼ਮੀਨ ਲੈ ਕੇ ਦੇ ਦਿਆਂਗਾ, ਬਾਹੀ ਬੀਜੀ, ਜਦ ਤੂੰ ਆਪ ਕਮਾਏਗਾ ਧਨ ਦੌਲਤ ਘਰ ਵਿੱਚ ਆਏਗਾ, ਤੈਨੂੰ ਮੌਜਾਂ ਲੱਗ ਜਾਣੀਆਂ ਨੇ। ਸ੍ਰੀ ਨਾਨਕ ਸੁਣ ਕਰ ਪਿਤ ਬਾਣੀ, ਜੇ ਤਨ ਤ੍ਰਿਸ਼ਨਾ ਮਹਿ ਲਪਟਾਨੀ। ਸਤਿਗੁਰਾਂ ਨੇ ਜਦੋਂ ਪਿਤਾ ਦੇ ਬਚਨ ਸੁਣੇ, ਮਨ ਵਿੱਚ ਪਤਾ ਕੀ ਗੁਰੂ ਸਾਹਿਬ ਦੇ ਖਿਆਲ ਆਇਆ। ਕਹਿੰਦੇ ਬਾਪੂ ਜੀ ਸਾਡੇ ਨਾ ਤ੍ਰਿਸ਼ਨਾ 'ਚ ਫਸੇ ਹੋਏ ਆ। ਮਾਨੀ ਮਨ ਸਾਹਿਬ ਇਹ ਬਚਨ ਕਰ ਰਹੇ ਨੇ ਵੀ ਪਿਤਾ ਸਾਡੇ ਅਜੇ ਵੀ ਮੋਹ ਮਾਇਆ 'ਚੋਂ ਨਹੀਂ ਨਿਕਲਦੇ। ਪਹਿਲਾਂ ਗਾਵਾਂ ਮੱਝਾਂ ਦੀ ਗੱਲ ਚੱਲਦੀ ਸੀ, ਕਹਿੰਦੇ ਪੁੱਤ ਉਧਰ ਚਾਰ ਕੇ ਆਇਆ ਕਰ, ਲੋਕੀ ਕਹਿਣਗੇ ਕੰਮ ਬਹੁਤ ਕਰਦਾ ਹੈ। ਕੰਮ ਕਰਨਾ ਆਪਣੇ ਲਈ, ਮਿਹਨਤ ਕਰਨੀ ਆਪਣੇ ਲਈ, ਲੋਕਾਂ ਨੂੰ ਦਿਖਾਉਣ ਲਈ ਥੋੜਾ ਕੰਮ ਕਰੀਦਾ। ਜਮਾਨੇ ਨੂੰ ਖੁਸ਼ ਕਰਨ ਵਾਸਤੇ ਥੋੜਾ ਕੱਪੜੇ ਪਹਿਨੀਦੇ ਆ ਵੀ ਲੋਕ ਕਹਿਣਗੇ ਬਹੁਤ ਸੋਹਣਾ। ਆਪਣੇ ਆਪ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਵੀ ਮੈਂ ਜੋ ਪਾਇਆ ਮੇਰੇ ਖੁਦ ਹੈ। ਲੋਕਾਂ ਦਾ ਕੀ ਆ, ਲੋਕ ਤੇ ਵੀ ਕਹਿ ਦੇਣਗੇ ਵਧੀਆ ਨਹੀਂ ਹੈ, ਸਸਤਾ ਹੈ, ਜਾਂ ਬਹੁਤਾ ਹੀ ਮਹਿੰਗਾ ਹੈ, ਇਹ ਜੱਚਦਾ ਨਹੀਂ ਤੇਰੇ, ਕੀ ਕਰੋਗੇ ਫਿਰ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਾਨੀ ਮਨ ਫੈਸਲਾ ਕੀਤਾ ਵੀ ਪਿਤਾ ਦੀ ਮੋਹ ਦੀ ਤੇ ਮਾਇਆ ਦੀ ਤੰਦ ਤ੍ਰਿਸ਼ਨਾ ਦੀ ਵੱਧਦੀ ਜਾਂਦੀ ਹੈ। ਇਹਨਾਂ ਕੋਲ ਹਰ ਵੇਲੇ ਮਾਇਆ, ਹਰ ਵੇਲੇ ਮਾਇਆ, ਹਰ ਵੇਲੇ ਪੈਸਾ, ਪੁੱਤ ਕਿਵੇਂ ਕਮਾਊਗਾ, ਜ਼ਮੀਨ ਕਿਵੇਂ ਵਧਾਵਾਂਗੇ। ਮਹਾਰਾਜ ਇਸ ਗੱਲ ਤੋਂ ਬੜੇ ਹੈਰਾਨ ਹਨ ਵੀ ਜੋ ਅਸੀਂ ਕਰਨਾ ਨਹੀਂ ਚਾਹੁੰਦੇ ਸਾਥੋਂ ਕਿਉਂ ਕਰਾਉਂਦੇ ਨੇ। ਸੁਣੋ ਪਿਤਾ ਜੀ ਆਇਸ ਜੈਸੀ, ਕਹੋ ਆਪ ਹੋ ਕਰ ਹੋ ਤੈਸੀ। ਗੁਰੂ ਸਾਹਿਬ ਨੇ ਜਾਣਿਆ ਵੀ ਇਹਨਾਂ ਦੇ ਨਾਲ ਜੇ ਅਸੀਂ ਬਹਿਸ ਕਰਾਂਗੇ ਚੰਗਾ ਨਹੀਂ ਆ, ਵੱਡਿਆਂ ਨਾਲ ਬਹਿਸਾਂ। ਦੁਨੀਆ 'ਚ ਕੰਮ ਹੀ ਉਹੋ ਜਿਹਾ ਕਰਕੇ ਵਿਖਾਓ, ਅਗਲਾ ਦੁਬਾਰਾ ਕੰਮ ਹੀ ਨਾ ਕਹੇ। ਆਖੋ ਸਤਿਨਾਮ। ਤੁਹਾਨੂੰ ਕੋਈ ਬੰਦਾ ਕੰਮ ਕਹਿੰਦਾ ਹੈ, ਠੀਕ ਹੈ, ਜਵਾਬ ਨਾ ਦਿਓ, ਕੰਮ ਇਹੋ ਜਿਹੇ ਤਰੀਕੇ ਦਾ ਕਰ ਦਿਓ, ਅਗਲਾ ਹੱਥ ਜੋੜਦਾ, ਬਾਬਾ ਤੇਰੇ ਨਾਲੋਂ ਮੈਂ ਆਪ ਹੀ ਠੀਕ ਆ, ਆਪ ਹੀ ਕਰ ਲਾਂਗੇ। ਮਰਦ ਨੇ ਸੋਚਿਆ ਵੀ ਜੇ ਮੈਂ ਪਿਤਾ ਜੀ ਨੂੰ ਬਾਰ-ਬਾਰ ਅੱਗੇ ਹੋ ਕੇ ਆਖਿਆ ਵੀ ਬਾਪੂ ਮੈਂ ਨਹੀਂ ਕਰਨਾ, ਤੇ ਪਿਤਾ ਜੀ ਨੇ ਕਲੇਸ਼ ਕਰਨਾ ਸ਼ੁਰੂ ਕਰ ਦੇਣਾ। ਉਹ ਤੇ ਹੁਣ ਵੀ ਕਰ ਰਹੇ। ਸਤਿਗੁਰ ਇੱਕੋ ਗੱਲ ਹੱਸ ਕੇ ਕਹਿੰਦੇ ਪਿਤਾ ਜੀ ਜਿਵੇਂ ਜਿਵੇਂ ਦੱਸੀ ਜਾਓਗੇ ਉਵੇਂ ਉਵੇਂ ਕਰੀ ਜਾਓ। ਗੱਲ ਗਲੋਂ ਹੀ ਲਾਤੀ ਵੀ ਮੈਨੂੰ ਸਾਰਾ ਕੁਝ ਪਤਾ, ਮੈਨੂੰ ਕਰਨਾ ਆਉਂਦਾ, ਤੁਸੀਂ ਚਿੰਤਾ ਹੀ ਨਾ ਕਰੋ, ਐਸਾ ਕੁਝ ਨਹੀਂ ਕਿਹਾ ਉਹਨਾਂ ਨੇ।
ਇੱਕੋ ਗੱਲ ਆਖੀ, ਸਮਝਾਈ ਜਾਇਓ, ਦੱਸੀ ਜਾਇਓ, ਜਿਵੇਂ ਪਿਤਾ ਜੀ ਤੁਹਾਡਾ ਹੁਕਮ ਹੋਏਗਾ ਅਸੀਂ ਮੰਨੀ ਜਾਵਾਂਗੇ। ਅਬ ਕਾਲੂ ਦਿਆ ਬੀਜ ਤੋ ਲਾਇਆ, ਇੱਕ ਕਾਮਾ ਸੁਤ ਸੰਗ ਰਲਾਇਆ। ਪਿਤਾ ਨੇ 1.25 ਮਣ ਬੀਜ ਤੋਲ ਕੇ ਦਿੱਤਾ ਸੀ ਤੇ ਹੋਰ ਕੋਈ ਗੱਲ ਨਾ ਆਖੀ, ਕਿਉਂਕਿ ਆਪ ਵੀ ਬੀਜੇ ਹੈ। ਹੁਣ ਕਿਸਾਨ ਕੋਈ ਵੀ ਹੈ ਜ਼ਿਮੀਂਦਾਰ, ਉਹਨੂੰ ਪਤਾ 1 ਏਕੜ ਵਿੱਚ ਕਿੰਨੀ ਕਣਕ ਬੀਜਣੀ ਹੈ, ਕਿੰਨੇ ਕਿਲੋ ਲੱਗਣੀ ਜਾਂ ਕਿੰਨੇ ਮਣ ਲੱਗਣੀ ਹੈ, ਜਾਂ ਇੰਨੇ ਵਿੱਚ ਇੰਨੇ ਏਕੜ 'ਚ ਕਿੰਨੇ ਕੁਆਂਟਲ ਲੱਗਣੀ। ਪਿਤਾ ਦੀ ਜਾਣਦੇ ਸੀ, ਵੇਖਾ ਤੇ ਸਹੀ ਇਹਨੂੰ ਛਿੱਟਾ ਦੇਣਾ ਆਉਂਦਾ ਹੈ, ਬੀਜਣੀ ਆਉਂਦੀ ਹੈ, ਵੀ ਸਾਡੀ ਵਾਰੀ ਕਿੰਨਾ ਝਾੜ ਨਿਕਲਦਾ ਸੀ, ਇਹਦੀ ਵਾਰੀ ਕਿੰਨਾ ਨਿਕਲੂਗਾ। ਸੁਭਾਵਿਕ ਗੱਲ ਆ, ਅੱਜ ਵੀ ਕਿਸੇ ਏਕੜ 'ਚ ਕਿੰਨਾ ਨਿਕਲਦਾ, ਕਿਸੇ 'ਚ ਵੱਧ ਘੱਟ। ਮਾਲਵੇ ਚੱਲ ਜਾਓ 2-4 ਕੁਆਂਟਲ ਵੱਧ ਹੁੰਦਾ ਹੈ, ਦੁਆਬੇ ਵਾਲੇ ਪਾਸੇ ਆ ਜਾਓ 1.5-2 ਕੁਆਂਟਲ ਘੱਟ ਜਾਂਦਾ ਕਿ ਮਾਝੇ ਵਾਲੇ ਪਾਸੇ ਚੱਲ ਜਾਓ ਝਾੜ ਸੀਮਤ ਜਿਹੀ ਰਹਿ ਜਾਂਦਾ। ਆਪਣੀ ਆਪਣੀ ਧਰਤੀ ਦਾ ਫਰਕ ਹੈ, ਬੀਜ ਬਜਾਈ ਦਾ ਫਰਕ ਹੈ, ਖੇਤੀ ਕਰਨ ਦਾ ਢੰਗ ਤਰੀਕੇ, ਦਵਾਈਆਂ ਦਾ ਫਰਕ ਹੈ। ਹੁਣ ਏਕੜ ਤੇ ਉਹ ਨਹੀਂ ਹੈ। ਫਸਲ ਕਿਹਦੀ ਵੱਧ ਹੋ ਰਹੀ ਹੈ, ਸੁਭਾਵਿਕ ਗੱਲਾਂ ਆਪਾਂ ਸੁਣਦੇ ਹਾਂ ਵੀ ਫਲਾਣੇ ਦੀ ਕਣਕ ਇੰਨੀ ਨਿਕਲੀ ਹੈ ਤੇ ਫਲਾਣੇ ਦਾ ਝਾੜ ਘੱਟ ਹੈ। ਕਿਉਂ ਹੈ ਜੀ? ਕਿਤੇ ਨਾ ਕਿਤੇ ਬੀਜ ਬਜਾਈ, ਸਾਂਭ ਸੰਭਾਲ, ਇਹਨਾਂ ਚੀਜ਼ਾਂ ਦਾ ਵੀ ਉਹਦੇ ਤੇ ਫਰਕ ਪੈਂਦਾ ਹੈ। ਪਿਤਾ ਨੇ ਤੋਲ ਕੇ ਇਸੇ ਕਰਕੇ ਦਿੱਤਾ ਸੀ ਵੀ ਸਾਡੀ ਬੀਜੀ ਕਿੰਨੀ ਨਿਕਲੀ ਹੈ ਤੇ ਪੁੱਤ ਦੀ ਬੀਜੀ ਕਿੰਨੀ ਹੈ। ਜੇ ਤੇ ਪੁੱਤ ਮੇਰੇ ਨੇ ਮੇਰੇ ਤੋਂ ਵੱਧ ਕੇ ਫਸਲ ਕਮਾਈ, ਬੜਾ ਦਿੱਤੀ, ਫਿਰ ਤੇ ਸੱਚਮੁੱਚ ਮੇਰਾ ਪੁੱਤ ਬਹੁਤ ਸਿਆਣਾ ਹੈ, ਕਮਾਊ ਪੁੱਤ ਹੈ। ਵੀ ਜੇ ਨਿਕਲਿਆ ਝਾੜ ਘੱਟ, ਫਿਰ ਇਹਨੂੰ ਅਜੇ ਹੋਰ ਸਮਝਾਉਣਾ ਪੈਣਾ ਹੈ, ਵਕਤ ਹੋਰ ਖਰਚਣਾ ਪੈਣਾ ਇਹਦੇ ਤੇ, ਕਿਉਂਕਿ ਇਹ ਨਾ ਹੋਵੇ ਪੁੱਤ ਮੇਰਾ ਕੰਮ ਕਰਦਾ ਕਰਦਾ ਹੀ ਨਿਕੰਮਾ ਹੋ ਜੇ, ਧਿਆਨ ਹੀ ਨਾ ਦੇਵੇ। ਕਾਮਾ ਭੇਜਿਆ ਨਾਲ ਜੀ, ਬੀਜ ਬੂਝ ਕੇ ਸਤਿਗੁਰ ਆ ਗਏ ਘਰੇ, ਸੁਹਾਗਾ ਮਾਰ ਆਏ। ਕੁਛ ਦਿਨਾਂ ਬਾਅਦ ਦੂਜੇ ਤੀਜੇ ਦਿਨ ਜਾ ਕੇ ਹਲਕਾ ਜਿਹਾ ਪਾਣੀ ਲਾ ਦਿੱਤਾ ਏ। ਲਾਂਗੁਲ ਬੀਜ ਲਈ ਕਰ ਦੋ, ਵਾਹਨ ਗਈ ਭੂਮਿਕਾ ਸੋ। ਇਸ ਥਾਂ ਤੇ ਫਸਲ ਬੀਜ ਕੇ ਗੁਰੂ ਸਾਹਿਬ ਨੇ ਆਸੇ ਪਾਸੇ ਜਿੰਦਰੇ ਦੇ ਨਾਲ ਵੱਟਾਂ ਮਾਰਤੀਆਂ। ਪੁਰਾਣੇ ਸਮੇਂ 'ਚ ਜਿੰਦਰਾ ਕਿਹਾ ਜਾਂਦਾ ਸੀ ਵੱਟਾਂ ਮਾਰਨ ਵਾਲੇ ਨੂੰ, ਕਿ ਅੱਜ ਵੀ ਉਹੀ ਜਾਂਦਾ। ਜੋ ਟਰੈਕਟਰ ਪਿੱਛੇ ਚੱਲਦਾ, ਉਦੋਂ ਬਲਦਾਂ ਪਿੱਛੇ ਚੱਲਦਾ ਸੀ। ਗੁਰੂ ਸਾਹਿਬ ਆਪ ਤੇ ਕਾਮੇ ਨੂੰ ਆਪਣੇ ਨੂੰ ਨਾਲ ਲੈ ਕੇ ਨਾ ਬੜੀਆਂ ਸੋਹਣੀਆਂ ਵੱਟਾਂ ਮਾਰਨ ਦੇ ਬਣਾਤੀਆਂ। ਡੌਲਾਂ ਵੱਟਾਂ ਬਣਾ ਕਰਕੇ ਗੁਰੂ ਸਾਹਿਬ ਘਰ ਆ ਜਾਂਦੇ ਆ, ਰੋਜ਼ ਵੇਖਣ ਜਾਂਦੇ ਆ ਖੇਤ ਵਧੀਆ। ਪਿਤਾ ਜੀ ਪਹਿਲੇ ਦਿਨ ਹੀ ਗੇੜਾ ਮਾਰ ਕੇ ਆਏ ਸੀ, ਦੱਸ ਆਏ ਸੀ ਇੱਦਾਂ ਹਲ ਵਾਹ ਲਿਓ, ਇੱਧਰ ਨੂੰ ਸਿਆੜ ਕੱਢ ਦਿਓ, ਫਿਰ ਇੱਧਰ ਨੂੰ ਕੱਢ ਦਿਓ, ਕਿਉਂਕਿ ਸਿਆੜ ਕੱਢਣੇ ਪੈਂਦੇ ਆ। ਜਿੰਨੀ ਵਾਰ ਵਾਹਿਆ ਜਾਊਗਾ ਖੇਤ ਦੀ ਫਸਲ ਉਨੀ ਚੰਗੀ ਹੋਊ, ਕਿਉਂਕਿ ਧੁੱਪ ਲੱਗ ਜਾਂਦੀ ਹੈ, ਨਮੀ ਘਟ ਜਾਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਕੀ ਕੰਮ ਕਰਦੇ ਆ ਜਿੰਨਾ ਕੁ ਬਾਪੂ ਸਮਝਾ ਜਾਂਦੇ ਆ, ਜ਼ਿਆਦਾ ਕਿਉਂ ਨਹੀਂ ਕਰਦੇ? ਸੁਭਾਵਿਕ ਗੱਲ ਹੈ, ਤੁਸੀਂ ਇੱਕ ਕੰਮ ਕਰਨਗੇ, ਕਿਸੇ ਦੇ 4 ਕੰਮ ਕਰੇ ਆਓ, ਅਗਲੀ ਵਾਰ ਅਗਲਾ 8 ਰੱਖੀ ਬੈਠਾ ਹੁੰਦਾ ਹੈ। 2 ਕੰਮ ਕਿਸੇ ਨੇ ਭੇਜੇ ਨੇ, ਇੱਕ ਕਰਕੇ ਆਓ, ਅਗਲਾ ਹੱਥ ਜੋੜਦਾ ਕਹਿੰਦਾ ਬਾਬਾ ਤੇਰੇ ਨਾਲੋਂ ਚੰਗਾ ਮੈਂ ਹੀ ਜਾਇਆ, ਉਹਨਾਂ ਨਾਲ ਤੇਲ ਫੂਕ ਕੇ ਆਇਆ, ਨਾਲ ਫੇਰ ਉਹੀ ਮਾਰੂ ਜੋੜ ਲਗਾ, ਹੁੰਦਾ ਹੀ ਕੁਝ ਨਹੀਂ। ਗੁਰੂ ਸਾਹਿਬ ਜਿੰਨਾ ਕੰਮ ਕਹਿੰਦੇ ਉਹਨਾਂ ਕੁ ਕਰਕੇ ਆ ਜਾਂਦੇ ਆ। ਪਿਤਾ ਜੀ ਪੁੱਛਦੇ ਪੁੱਤ ਪਾਣੀ ਲਾਇਆ? ਕਹਿੰਦੇ ਬਾਪੂ ਜੀ ਸਵੇਰੇ ਲਾ ਦਾਂਗੇ। ਫਸਲ ਦਾ ਧਿਆਨ ਰੱਖੀ, ਝਾੜੀਆਂ ਲਾਦੀਆਂ ਆਸੇ ਪਾਸੇ, ਬਸ ਜੋ ਜੋ ਕਹੀ ਜਾਂਦੇ ਨੇ ਨਾਲ ਕਾਮੇ ਨੂੰ ਲੈ ਕੇ ਉਹ ਵੇ ਸਤਿਗੁਰ ਕਰੀ ਜਾਂਦੇ ਨੇ। ਕਾਹੂੰ ਕਾਹੂੰ ਕਾਢਿਓ ਸਿਆਰਾ, ਜਿਤੋ ਬੀਜ ਦਿਆ ਸਭ ਵਿਸਤਾਰਾ। ਪਰ ਗੁਰੂ ਸਾਹਿਬ ਐਸੀ ਖੇਡ ਵਰਤਾਇਆ ਏ, ਉਹਨਾਂ ਨੇ ਨਾ ਇਕੁਅਲ ਨਹੀਂ ਕੀਤਾ ਸਾਰਾ ਕੁਝ। 2 ਸਿਆੜ ਇੱਧਰ ਨੂੰ ਕੱਢਦੇ, 4 ਇੱਧਰ ਨੂੰ ਕੱਢ ਆਏ। ਇਹੋ ਜਿਹੇ ਤਰੀਕੇ ਨਾਲ ਖੇਤੀ ਬੀਜ ਕੇ ਆਏ ਨੇ ਵੀ ਬਾਪੂ ਜੀ ਆਉਣ ਵਾਲੀਆਂ ਪੁਸ਼ਤਾਂ ਤੱਕ ਵੀ ਨਾ ਕਹਿਣ ਵੀ ਨਾਨਕ ਖੇਤ ਗੇੜਾ ਮਾਰਿਆ। ਸਿਆੜ ਪੁੱਠੇ ਸਿੱਧੇ ਕੱਢਦੇ, ਕਦੇ ਖੱਬੇ ਨੂੰ 4 ਮਾਰਤੇ, 4 ਇੱਧਰ ਨੂੰ ਕੱਢਦੇ, ਤੇ ਬੀਜ ਬੀਜਣ ਲੱਗੇ ਸਤਿਗੁਰਾਂ ਨੇ ਸਿੱਧਾ ਛਿੱਟਾ ਦਿੱਤਾ, ਬਿਲਕੁਲ ਸਿੱਧਾ। ਕਿਸੇ ਸਿਆੜ ਵਿੱਚ ਬੀਜ ਨਹੀਂ ਖਿਲਾਰਿਆ, ਸਿੱਧਾ ਛਿੱਟਾ ਮਾਰਿਆ। ਕਾਮਾ ਕਹਿੰਦਾ ਮਹਾਰਾਜ ਇਹ ਕੀ ਕਰਦੇ ਹੋ? ਮਹਾਰਾਜ ਕਹਿੰਦੇ ਜੀ ਭਾਈ ਹੋਣੀ ਹੋਈ ਨਾ ਖੇਤੀ ਤਾਂ ਇਦਾਂ ਵੀ ਹੋ ਜੂ, ਜੇ ਨਾ ਉਗਣੀ ਹੋਈ ਤੇ ਸਿਆੜਾਂ ਵਿੱਚੋਂ ਵੀ ਪੰਛੀ ਚੁਗ ਲੈ ਜਾਣਗੇ। ਆਖੋ ਸਤਿਨਾਮ। ਗੁਰੂ ਸਾਹਿਬ ਉਹਦੇ ਲਈ ਮਾਲਕ ਨੇ, ਮਾਲਕ ਦਾ ਪੁੱਤਰ ਮਾਲਕ ਹੀ ਹੁੰਦਾ, ਉਹ ਨਹੀਂ ਬਹੁਤਾ ਬੋਲਦਾ। ਪਰ ਪਤਾ ਉਹਨੂੰ ਵੀ ਸੀ ਵੀ ਪਿਤਾ ਜੀ ਨੇ ਜਿੱਦਣ ਵਾਰੰਟ ਜਾਰੀ ਕਰਨੀ ਆ ਤੇ ਹੁਣੇ ਮੇਰੇ ਵੀ ਨਾਲ ਹੀ ਨੇ ਵੀ ਤੈਨੂੰ ਤੇ ਖੇਤੀ ਕਰਨੀ ਆਉਂਦੀ ਸੀ, ਜੇ ਉਹ ਨਵਾਂ ਡਰੇ ਹੋਏ ਨੇ। ਬਾਰ-ਬਾਰ ਇੱਕੋ ਗੱਲ ਕਹਿੰਦੇ ਨੇ, ਨਾਨਕ ਜੀ ਤੁਹਾਡੀਆਂ ਕੀਤੀਆਂ ਕਿਤੇ ਮੈਨੂੰ ਨਾ ਭੁਗਤਣੀਆਂ। ਹੱਸ ਕੇ ਸਤਿਗੁਰੂ ਕਹਿੰਦੇ ਪ੍ਰਵਾਹ ਨਹੀਂ ਕਰੀਦੀ ਹੁੰਦੀ,
ਵੇਖੀ ਜਾਊਗੀ। ਸਾਡੇ ਪਿਤਾ ਦਾ ਸੁਭਾਅ ਤੇ ਇਹੋ ਜਿਹਾ ਹੀ ਹੈ। ਭਈ ਸੰਜ ਆਈ ਨਿਜ ਸਦਨਾ, ਕਾਲੂ ਪ੍ਰਫੁੱਲਤ ਪਿਖ ਬਦਨਾ। ਜਦੋਂ ਕਹਿੰਦੇ ਦੂਜੇ ਤੀਜੇ ਦਿਨ ਵੀ ਸਤਿਗੁਰ ਸ਼ਾਮ ਨੂੰ ਸਮੇਂ ਨਾਲ ਘਰੇ ਆਏ ਤੇ ਬਾਪੂ ਜੀ ਵੇਖਦੇ ਵੀ ਪੁੱਤ ਤੇ ਮੇਰਾ ਮਿੱਟੀ ਨਾਲ ਭਰਿਆ ਹੋਇਆ। ਹੁਣ ਸੁਭਾਵਿਕ ਗੱਲ ਹੈ ਜੀ, ਜਿਹਨੇ ਖੇਤੀ ਕਰਨੀ ਆ, ਹਲ ਬਾਉਣਾ, ਉਹ ਚਿੱਟੇ ਕੱਪੜੇ ਕਰੀਜ਼ ਵਾਲੇ ਥੋੜਾ ਪਾ ਕੇ ਜਾਊਗਾ ਤੇ ਭਰਿਆ ਹੋਊਗਾ ਸਿਰ ਤੋਂ ਪੈਰਾਂ ਤੱਕ। ਤੇ ਪਿਤਾ ਇੰਨੇ ਖੁਸ਼, ਕਦੇ ਆਪਣੀ ਪਤਨੀ ਨੂੰ ਕਹਿੰਦੇ ਪੁੱਤ ਨੂੰ ਦੁੱਧ ਪਿਲਾ, ਕਦੇ ਕਹਿੰਦੇ ਭਾਈ ਇਹਨੂੰ ਸੋਹਣੇ ਪ੍ਰਸ਼ਾਦੇ ਬਣਾ ਕੇ ਛਕਾ, ਫਲਾਣੀ ਚੀਜ਼ ਅੱਜ। ਖੁਸ਼ ਨੇ ਵੀ ਪੁੱਤ ਮੇਰਾ ਕੰਮ ਕਰਕੇ ਆਇਆ। ਮਰਦ ਦੇ ਕੋਲ ਹੀ ਬਹਿ ਗਏ ਆ ਕੇ, ਥਾਪੜਾ ਦਿੱਤਾ। ਕਹਿੰਦੇ ਪੁੱਤ ਤੇਰੇ ਕੱਪੜਿਆਂ ਤੋਂ ਏਦਾਂ ਲੱਗਦਾ ਵੀ ਤੂੰ ਆਪਣੇ ਪਿਤਾ ਤੋਂ 4 ਕਦਮ ਅੱਗੇ ਹੋ ਕੇ ਕੰਮ ਕੀਤਾ। ਸਤਿਨਾਮ, ਸ਼ਾਬਾਸ਼ ਦੇ ਰਹੇ ਆ। ਧੂੜ ਮਿੱਟੀ ਦਾ ਭਰੇ ਤੋਂ ਤੇ ਏਦਾਂ ਹੀ ਲੱਗਦਾ ਵੀ ਕੰਮ ਜ਼ਿਆਦਾ ਕੀਤਾ ਹੋਇਆ। ਪਿਤਾ ਜੀ ਵੀ ਕਿਸਾਨ ਨੇ, ਜ਼ਿਮੀਦਾਰ ਨੇ, ਤੇ ਗੁਰੂ ਸਾਹਿਬ ਨੇ ਨਾ ਬਹੁਤੀ ਹਾਮੀ ਭਰੀ, ਨਾ ਬਹੁਤਾ ਹੱਸੇ। ਪਤਾ ਹੈ ਵੀ ਅੱਜ ਹੀ ਸ਼ਾਬਾਸ਼, ਕੱਲ ਪਤਾ ਨਹੀਂ ਕੀ ਹੋਊਗਾ, ਉਹ ਰੱਬ ਜਾਣਦਾ ਏ। ਸ੍ਰੀ ਗੁਰ ਕਹਿ ਮੇ ਬਰਕਤ ਭਾਰੀ, ਕਹਿ ਮੇ ਸ਼ਕਤ ਸੋ ਕਰ ਉਚਾਰੀ। ਤੇ ਸਤਿਗੁਰ ਬੈਠੇ ਬੈਠੇ ਕਹਿੰਦੇ ਪਿਤਾ ਜੀ, ਕਿਸਾਨ ਦਾ ਕਰਮ ਸਿਰਫ ਬੀਜਣਾ ਹੁੰਦਾ ਹੈ, ਬਰਕਤ ਪਾਉਣੀ ਨਾ ਪਾਉਣੀ ਇਹ ਨਿਰੰਕਾਰ ਦੇ ਹੱਥ ਹੈ। ਅੱਜ ਵੀ ਜ਼ਿਮੀਂਦਾਰ ਸਿਰਫ ਬੀਜ ਸਕਦਾ ਹੈ, ਫਲ ਲਾਉਣਾ, ਬੋਹਲ ਲੱਗਣਾ, ਪੱਕਣਾ ਇਹ ਉਹਦੀ ਰਜਾ ਹੈ। ਕਈ ਵਾਰ ਪੱਕੀਆਂ ਹੋਈਆਂ ਫਸਲਾਂ ਤੇ ਵੀ ਬਰਸਾਤ ਆ ਜਾਂਦੀ, ਉਹ ਖਤਮ ਹੋ ਜਾਂਦੀਆਂ, ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ। ਇਹ ਸਭ ਵਾਹਿਗੁਰੂ ਦੇ ਹੱਥ ਹੈ। ਜਦੋਂ ਪਿਤਾ ਜੀ ਕਹਿੰਦੇ ਪੁੱਤ ਤੂੰ ਬੀਜ ਕੇ ਆਇਆ, ਡਬਲ ਨਿਕਲੂ ਝਾੜ, ਦੁੱਗਣਾ ਹੋ ਜਾਊਗਾ। ਮਰਦ ਹੱਸ ਕੇ ਕਹਿੰਦੇ ਪਿਤਾ ਜੀ ਜਿੰਨਾ ਕੁ ਰੱਬ ਨੂੰ ਭਾਇਆ ਉਹਨਾਂ ਕੀ ਨਿਕਲਦਾ ਹੁੰਦਾ, ਲਾਲਚ ਬਹੁਤਾ ਨਹੀਂ ਕਰਨਾ ਚਾਹੀਦਾ। ਇੰਨੀ ਗੱਲ ਮਰਦ ਨੇ ਕਹਿਤੀ ਹਾਸੇ ਜੇ ਜੀ। ਪਿਤਾ ਜੀ ਆਪਾਂ ਤੇ ਬੀਜ ਕੇ ਆਏ ਆ, ਫਲ ਹੋਵੇ ਨਾ ਹੋਵੇ ਮਾਲਕ ਦੀ ਮਰਜ਼ੀ ਹੈ। ਦਿਵਸ ਤੀਸਰੇ ਭੀ ਸਭ ਜਾਏ, ਜਨ ਆਵਿਨੀ ਨਿਜ ਆਨੰਦ ਜੁਨਾਈ। ਕਹਿੰਦੇ ਤੀਜੇ ਕੁ ਦਿਨ ਸਤਿਗੁਰ ਫੇਰ ਆਏ, ਪਿੱਛੇ ਪਿਤਾ ਜੀ ਖੇਤਾਂ ਨੂੰ ਆ ਗਏ। ਹੁਣ ਬੀਜ ਦਾ ਛਿੱਟਾ ਦਿੱਤਾ ਹੋਇਆ ਸੀ, ਦਾਣੇ ਪੁਗਰਨੇ ਸ਼ੁਰੂ ਹੋ ਗਏ ਸੀ, ਤੇ ਰੱਬ ਦੇ ਹੱਥੀ ਬੀਜ ਬੀਜਿਆ ਜੀ ਹੋਊਗਾ ਕਿਉਂ ਨਹੀਂ। ਤੇ ਬਾਪੂ ਜੀ ਨੇ ਜਦੋਂ ਆਪਣੀ ਫਸਲ ਵੇਖੀ, ਬੇਸ਼ੱਕ ਸਿਆੜ ਪੁੱਠੇ ਸਿੱਧੇ ਤੇ ਕੱਢੇ ਹੋਏ ਸੀ, ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਇਹ ਕਿਹੜਾ ਸੌਖਾ ਕੰਮ ਹੈ। ਹਰ ਕੰਮ ਹੌਲੀ ਹੌਲੀ ਤਜਰਬੇ ਨਾਲ ਹੁੰਦਾ ਹੈ। ਪਰ ਪਿਤਾ ਇਹ ਕਹਿ ਕੇ ਦਿਲ ਨਹੀਂ ਸੀ ਤੋੜਨਾ ਚਾਹੁੰਦੇ ਵੀ ਪੁੱਤ ਤੇਰੇ ਸਿਆੜ ਵਧੀਆ ਨਹੀਂ, ਅਗਲਾ ਤੂੰ ਫਿਰ ਆਪੇ ਕਰ ਲਿਓ। ਉਹ ਤੇ ਸਿਖਾਉਣਾ ਚਾਹੁੰਦੇ ਨੇ ਵੀ ਪੁੱਤ ਮੇਰੇ ਦੀ ਦਿਲਚਸਪੀ ਬਣ ਜੇ, ਇਸ ਕੰਮ 'ਚ ਲੱਗ ਜਾਏ, ਪਰ ਫਸਲ ਬੜੀ ਸੋਹਣੀ ਹੋਣ ਵਾਲੀ ਹੈ। ਕਹਿੰਦੇ ਹਰੀਆਂ ਕਣੀਆਂ ਦਿਸ ਰਹੀਆਂ ਨੇ, ਬੀਜ ਉਗਦੇ ਹੋਏ। ਸਿਆੜ ਵੇਖ ਕੇ ਵੀ ਪਿਤਾ ਜੀ ਨੇ ਬੜੀ ਖੁਸ਼ੀ ਮਨਾਈ ਹੈ। ਕਾਲੂ ਜਾਏ ਕ੍ਰਿਖੀ ਜੋ ਦੇਖੇ, ਸਗਨ ਉਗੀ ਭਾ ਮੋਦ ਵਸਿਖੀ। ਕਹਿੰਦੇ ਤੀਜੇ ਕੁ ਦਿਨ ਹੀ ਫਸਲ ਉੱਗਣੀ ਸ਼ੁਰੂ ਹੋ ਗਈ। ਪਿਤਾ ਜੀ ਕੱਲੀ ਵੱਟ ਘੁੰਮਦੇ ਨੇ, ਕੱਲਾ ਖੇਤ ਘੁੰਮਦੇ ਨੇ, ਬਹਿ ਕੇ ਵੇਖਦੇ ਬੂਟਿਆਂ ਕੋਲੇ। ਕਹਿੰਦੇ ਛੱਟਾ ਤੇ ਬੜਾ ਸੋਹਣਾ ਦਿੱਤਾ ਹੋਇਆ। ਗੱਲ ਤੇ ਛੱਟਾ ਦੇਣ ਦੀ ਉਹ ਕਮਾਲ ਹੈ। ਸਰੋਂ ਬੀਜਦੇ ਛੱਟਾ ਦੇ ਕੇ ਬੀਜੀ ਜਾਂਦੀ ਹੈ। ਅੱਜ ਦਾ ਸਮਾਂ ਆਉਣ ਵਾਲਾ ਫੇਰ ਇਦਾਂ ਦਾ ਆ ਗਿਆ ਵੀ ਝੋਨਾ ਛੱਟਾ ਦੇ ਕੇ ਬੀਜਿਆ ਜਾਂਦਾ, ਪਾਣੀ ਘੱਟ ਖਾਓ। ਪੁਰਾਣੇ ਸਮੇਂ ਕਣਕਾਂ ਛਿੱਟਾ ਦੇ ਕੇ ਬੀਜਦੇ ਸੀ, ਚਲੋ ਹੁਣ ਤੇ ਸੀਡਰ ਆ ਗਏ ਆ, ਮਸ਼ੀਨਾਂ ਆ ਗਈਆਂ, ਪਰ ਪੁਰਾਣੇ ਸਮੇਂ ਤੇ ਹੁਣ ਦੇ ਝਾੜ ਵਿੱਚ ਬਹੁਤਾ ਫਰਕ ਨਹੀਂ ਹੈ। ਬੀਜ ਜਿੰਨਾ ਸੁੱਟੋਗੇ ਜਾਣਾ ਤੇ ਧਰਤੀ ਦੀ ਗੋਦ ਵਿੱਚ ਹੀ ਹੈ। ਜ਼ਿਆਦਾ ਬੀਜ ਦੋਗੇ ਉਹ ਵੀ ਗਲ ਜਾਏਗਾ। ਤੇ ਗੁਰੂ ਸਾਹਿਬ ਨੇ ਛੱਟਾ ਬੜਾ ਸੋਹਣਾ ਛੋਟੇ ਹੱਥਾਂ ਨਾਲ ਦੂਰ ਤੱਕ ਦਿੱਤਾ ਹੋਇਆ ਸੀ। ਤੇ ਪਿਤਾ ਇੰਨੇ ਖੁਸ਼ ਹੋਏ, ਆਪਣੇ ਪੁੱਤ ਨੂੰ ਖੇਤ 'ਚ ਬੁਲਾ ਕੇ ਸ਼ਾਬਾਸ਼ ਦੇਣ ਲੱਗ ਗਏ। ਕਹਿੰਦੇ ਪੁੱਤ ਜ਼ਿਮੀਂਦਾਰ ਬਣ ਗਿਆ ਤੂੰ, ਹੁਣ ਤੈਨੂੰ ਫਸਲ ਬੀਜਣੀ ਆ ਗਈ। ਤੇ ਗੁਰੂ ਸਾਹਿਬ ਬੜੇ ਹੈਰਾਨ ਨੇ ਵੀ ਅਸੀਂ ਖਹਿੜਾ ਛਡਾਉਣ ਨੂੰ ਫਿਰਦੇ, ਇਹ ਹਾਰ ਪਾਉਣ ਨੂੰ ਫਿਰਦੇ ਆ। ਸਾਡਾ ਨਾਮ ਅਸੀਂ ਤੇ ਚਾਹੁੰਦੇ ਆ ਵੀ ਸਾਨੂੰ ਮੁੜ ਕੇ ਕਹਿਣ ਹੀ ਨਾ ਖੇਤੀ ਖੂਤੀ ਵਾਲਾ ਕੰਮ। ਪਰ ਪਿਤਾ ਜੀ ਤੇ ਅਜੇ ਇੰਨੇ ਪ੍ਰਸੰਨ ਨੇ, ਬਾਕੀ ਜ਼ਿਮੀਂਦਾਰਾਂ ਕੋਲ ਜਿਹੜੇ ਆਂਢੀ ਗਵਾਂਢੀ ਖੇਤਾਂ ਵਾਲੇ ਸੀ, ਆਪਣੇ ਪੁੱਤਰ ਦੀਆਂ ਸਿਫਤਾਂ ਕਰਦੇ ਨੇ। ਹੋਏ ਤਾਤ ਮਮ ਵਡ ਕ੍ਰਿਖਾਰਾ, ਇਉਂ ਵਸਾਏ ਇੱਕ ਗ੍ਰਾਮ ਨਰਾਰਾ। ਹੁਣ ਜ਼ਿਮੀਂਦਾਰਾਂ ਕੋਲ ਬਾਪੂ ਜੀ ਪਤਾ ਕੀ ਗੱਲਾਂ ਕਰਦੇ ਆ। ਭਾਈ ਬਾਲਾ ਜੀ ਕਹਿੰਦੇ ਮੈਂ ਉਸ ਵੇਲੇ ਹਾਜ਼ਰ ਸੀ, ਸੁਣਿਆ ਮੈਂ ਦੱਸਦਾ। ਕਹਿੰਦੇ ਮੇਰੇ ਪੁੱਤ ਨੇ ਦੇਖੋ ਕਿੰਨੀ ਸੋਹਣੀ ਖੇਤੀ ਬੀਜੀ, ਹੁਣ ਤੇ ਮੈਂ ਇਹਨੂੰ ਨਾ ਇੱਕ ਪਿੰਡ ਵਸਾ ਕੇ ਦੇ ਦੇਣਾ, ਤੇ ਇਹ ਉਸ ਪਿੰਡ ਦੇ ਵਿੱਚ ਇਹਦੇ ਨਾਂ ਤੇ ਨਗਰ ਵਸੂਗਾ। ਅੱਗੇ ਹੁੰਦਾ ਹੀ ਏਦਾਂ ਸੀ।
ਜਿਹਦੇ ਕੋਲ ਜ਼ਮੀਨ ਜ਼ਿਆਦਾ ਹੈ ਉਸ ਬਜ਼ੁਰਗ ਦੇ ਨਾਂ ਤੇ ਪਿੰਡ ਵਸਾਇਆ ਜਾਂਦਾ ਸੀ। ਅੱਜ ਵੀ ਪਿੰਡਾਂ ਦੇ ਨਾਲ ਲੋਕਾਂ ਦੇ ਬਜ਼ੁਰਗਾਂ ਦੇ ਨਾਂ ਤੇ ਕਹਿੰਦੇ ਫਿਰ ਇਹਦੇ ਕੋਲ ਜ਼ਮੀਨ ਜ਼ਿਆਦਾ ਹੋ ਜੂਗੀ, ਜ਼ਿਮੀਂਦਾਰ ਹੈ, ਅੱਗੇ ਕਈਆਂ ਕਾਮਿਆਂ ਨੂੰ ਰੱਖ ਕੇ ਕੰਮ ਕਰਾਇਆ ਕਰੇਗਾ, ਰੰਗ ਬਰੰਗੀਆਂ ਫਸਲਾਂ ਬੀਜਿਆ ਕਰੇਗਾ। ਤੇ ਗੁਰੂ ਸਾਹਿਬ ਨੇਤਰ ਨੀਵੇਂ ਕਰਕੇ ਖੜੇ ਰਹੇ ਖੇਤਾਂ 'ਚ। ਬਾਕੀ ਜ਼ਿਮੀਂਦਾਰ ਵੀ ਵੱਡੀਆਂ ਗੱਲਾਂ ਕਰਦੇ, ਕਹਿੰਦੇ ਵੇਖੋ ਜੀ ਕਮਾਲ ਕਰਤੀ, ਨਾਨਕ ਨੇ ਕਿੰਨੀ ਸੋਹਣੀ ਫਸਲ ਬੀਜੀ ਹੈ, ਸਾਨੂੰ ਤੇ ਉਮੀਦ ਨਹੀਂ ਸੀ ਇੰਨੀ ਸੋਹਣੀ ਫਸਲ ਬੀਜ ਸਕਦਾ। ਕਹਿੰਦੇ ਕਾਮਯਾਬ ਮੁੰਡਾ ਤੁਹਾਡਾ। ਹੱਲਾ ਸ਼ੇਰੀ ਗੁਰੂ ਸਾਹਿਬ ਨੂੰ ਨਹੀਂ ਹੈ, ਪਿਤਾ ਜੀ ਨੂੰ। ਜੋ ਪਿਤਾ ਜੀ ਚਾਹੁੰਦੇ ਸੀ ਪੁੱਤਰ ਨੇ ਕਰਕੇ ਵਿਖਾਇਆ ਏ। ਨਿਪਜਾਵਨ ਧਨ ਅਨਕ ਬਿਦਨ ਸੋ, ਆਇਓ ਕਰਤ ਚਿਤਵਨ ਨਿਜ ਮਨ ਸੋ। ਕਹਿੰਦੇ ਜੀ ਆਪਣੇ ਸਾਥੀਆਂ ਦੇ ਨਾਲ ਗੱਲਾਂ ਕਰਦੇ ਕਰਦੇ ਗੁਰੂ ਸਾਹਿਬ ਦੇ ਪਿਤਾ ਜੀ ਘਰ ਨੂੰ ਆਉਂਦੇ ਆ ਤੇ ਉਹ ਕਹਿੰਦੇ ਵੀ ਕਲਿਆਣ ਚੰਦ ਜੀ ਹੁਣ ਤੇ ਤੁਹਾਡੇ ਘਰ ਧਨ ਦੀਆਂ ਸ਼ਹਿਬਰਾਂ ਲੱਗ ਜਾਣੀਆਂ ਨੇ, ਫਸਲਾਂ ਦੇ ਢੇਰ ਲੱਗ ਜਾ ਕਰਨੇ ਆ, ਤੁਹਾਡਾ ਪੁੱਤ ਤੇ ਸਾਰੀ ਖੇਤੀ ਸਾਂਭੂ, ਤੁਸੀਂ ਸਾਂਭਿਓ ਪਟਵਾਰ ਖਾਨਾ। ਕਹਿੰਦੇ ਸੁਣ ਕੇ ਬਾਪੂ ਇੰਨੇ ਖੁਸ਼ ਸੀ, ਰਾਹ ਦੇ ਵਿੱਚ ਮਨ ਵਾਲੀ ਗੱਲਾਂ ਕਰਦੇ ਆਉਂਦੇ ਆ। ਕਹਿੰਦੇ ਇੰਨੀ ਜ਼ਮੀਨ ਮੈਂ ਆਪਣੇ ਪੁੱਤ ਨੂੰ ਝਾੜ ਨਿਕਲਣ ਤੋਂ ਬਾਅਦ ਲੈ ਜਾਣੀ ਹੈ, ਕਿਉਂਕਿ ਜਿਹਨੇ ਬੀਜ ਇੰਨਾ ਬੀਜ ਸੋਹਣਾ ਬੀਜਿਆ ਤੇ ਫਿਰ ਫਸਲ ਤੇ ਹਰੀ ਭਰੀ ਹੈ, ਪੱਕ ਤੇ ਆਪ ਹੀ ਜਾਣੀ ਹੈ। ਖੁਸ਼ੀ ਖੁਸ਼ੀ ਪਿਤਾ ਘਰੇ ਆਏ, ਆਪਣੇ ਪੁੱਤ ਨੂੰ ਥਾਪੜਾ ਦਿੰਦੇ ਆ। ਕਹਿੰਦੇ ਕੰਮ ਇਹਨੂੰ ਪੁੱਛਿਆ ਹੀ ਨਹੀਂ। ਆਖੋ ਸਤਿਨਾਮ। ਨੌਕਰ ਜਿਹੜਾ ਨਾਲ ਤੁਰਿਆ ਨਾ, ਕਦੇ ਕੋਈ ਚੰਗਾ ਕੰਮ ਕੀਤਾ ਹੋਵੇ ਸਾਡੇ ਨੌਕਰ ਨੂੰ ਅਸੀਂ ਕਦੇ ਨਹੀਂ ਕਹਿੰਦੇ। ਆਪਣੇ ਧੀ ਪੁੱਤ ਦੀ ਤਾਰੀਫ ਕਰਨੀ, ਉਹ ਵਿਚਾਰਾ ਭਾਵੇਂ ਜਿੰਨਾ ਮਰਜ਼ੀ ਸੰਗ ਪੜਾਈ ਜਾਵੇ, ਤੇ ਜੇ ਕੰਮ ਹੋ ਗਿਆ ਖਰਾਬ ਫਿਰ ਧੀ ਪੁੱਤ ਪਾਸੇ ਕਰ ਲੈਣਾ ਉਹਦੇ ਗੱਲ। ਓਏ ਤੂੰ ਨਾਲ ਸੀ, ਤੇਰੀ ਅੱਖਾਂ ਫੁੱਟੀਆਂ, ਤੈਨੂੰ ਵੀ ਸੀ ਦੇਖਦਾ, ਸਮਝਾ ਨਹੀਂ ਸਕਦਾ ਸੀ, ਤੈਨੂੰ ਤੇ ਪਤਾ ਸੀ ਨਾ ਕੰਮ ਦਾ। ਤੇ ਕੰਮ ਚੁੱਪ ਚਪੀਤਾ। ਮਰਦ ਜਾਣਦੇ ਆ ਵੀ ਚੰਗਾ ਹੀ ਹੈ, ਜੇ ਸਿਫਤ ਇਹਦੀ ਨਹੀਂ ਹੁੰਦੀ ਤੇ ਫਿਰ ਸੇਵਾ ਵੀ ਇਹਦੀ ਨਹੀਂ ਹੋਣੀ। ਆਖੋ ਸਤਿਨਾਮ। ਇਹ ਚੰਗਾ ਹੀ ਹੈ ਜੇ ਇੱਕ ਪਾਸੇ, ਕਿਉਂਕਿ ਗੁਰੂ ਸਾਹਿਬ ਨੂੰ ਉਹ ਜ਼ਿਮੀਂਦਾਰ ਦਾ ਜਿਹੜਾ ਸਾਥੀ ਹੈ ਉਹ ਜਾਣਦਾ। ਇਹ ਸਾਂਝੀ ਹੈ, 2-3 ਖੇਤਾਂ ਦਾ ਇੱਕੋ ਹੀ ਜ਼ਿਮੀਂਦਾਰ ਦਾ ਸਾਂਝੀ ਹੈ। ਸਤਿਗੁਰਾਂ ਦੇ ਘਰੇ ਖੇਤਾਂ 'ਚ ਵੀ ਉਹੀ ਕੰਮ ਕਰਦਾ ਹੈ, ਗਵਾਂਢੀਆਂ ਦੇ ਖੇਤਾਂ ਵਿੱਚ ਵੀ ਉਹ ਕਰਦਾ ਹੈ। ਕਿਉਂਕਿ ਅੱਗੇ ਇਹੋ ਜਿਹਾ ਕੰਮ ਨਹੀਂ ਸੀ ਹੁੰਦਾ, ਇੱਕ ਖੂਹ ਹੁੰਦਾ ਸੀ, ਸਾਰਿਆਂ ਦੀ ਵਾਰੀ ਹੁੰਦੀ ਸੀ, ਵਾਰੀ ਸਿਰ ਪਾਣੀ ਜਾਣਾ, ਜ਼ਿਮੀਂਦਾਰ ਰਲ ਕੇ ਵੰਡ ਕੇ ਖੇਤੀ ਕਰਦੇ ਸੀ। ਪਰ ਹੁਣ ਜ਼ਮਾਨਾ ਨਹੀਂ ਰਿਹਾ, ਹੁਣ ਤੇ ਜ਼ਮਾਨਾ ਇੰਨੀ ਫੁਕਰੀ ਵਾਲਾ ਹੈ। 50 ਏਕੜ ਵਾਲੇ ਕੋਲ ਤੇ 2 ਟਰੈਕਟਰ। ਹੁਣ ਮੰਨੀ ਗੱਲ, ਜਿਹਦੇ ਕੋਲ 2.5 ਕਿੱਲੇ ਜ਼ਮੀਨ ਆ ਉਹ ਵੀ ਫਾਹਾ ਲਈ ਫਿਰਦਾ ਵੀ ਮੈਂ 11 ਕਰੋੜ, ਮੈਂ ਫੋੜ ਲੈਣਾ, ਮੈਂ ਸੋਨਾਲੀਕਾ ਲੈਣਾ, ਭੱਜੇ ਫਿਰਦੇ ਆ। ਤੇ ਫਿਰ ਜਦੋਂ ਲਿਮਟਾਂ ਨਹੀਂ ਉਤਰਦੀਆਂ ਫਿਰ ਕੀ ਹੁੰਦਾ ਹੈ, ਰੁੱਖ ਤੇ ਰੱਸੀ ਪੈਂਦੀ ਹੈ। ਇਹ ਕਿਉਂ ਹੋ ਰਿਹਾ ਹੈ? ਆਪ ਬੀਜੇ ਹੋਏ ਕੰਡੇ ਲੋਕਾਂ ਮਗਰ ਲੱਗ ਗਏ। ਫਲਾਣੇ ਨੇ ਕੁੜੀ ਦਾ ਵਿਆਹ ਕੀਤਾ, ਮੁੰਡੇ ਦਾ ਕੀਤਾ, 20 ਲੱਖ ਲਾਇਆ, ਮੈਂ 50 ਲਾਊਂਗਾ ਜ਼ਮੀਨ ਦੇ ਵਿੱਚ। ਇਹ ਹੋਛੇ ਬਣਦੀਆਂ ਨੇ। ਉਹਨਾਂ ਸਮਿਆਂ 'ਚ ਐਸਾ ਨਹੀਂ ਸੀ, ਰਲ ਮਿਲ ਕੇ ਪਾਣੀ ਲੱਗਦਾ ਸੀ, ਰਲ ਮਿਲ ਕੇ ਬਾਗੀ ਹੁੰਦੀ ਸੀ। ਹੁਣ ਤੱਕ ਵੀ ਕਈ ਪਿੰਡਾਂ ਵਿੱਚ ਰਾਜਸਥਾਨ ਜਾਓਗੇ ਤੁਹਾਨੂੰ ਇਹ ਮਿਲ ਜਾਣਾ, ਰਲ ਮਿਲ ਕੇ ਖੇਤੀ ਕਰਦੇ ਆ ਲੋਕੀ। ਗੁਰੂ ਨਾਨਕ ਸਾਹਿਬ ਅੱਜ ਦੇ ਨਾਲ ਉਹ ਕਾਮਾ ਤੁਰਿਆ ਆਉਂਦਾ ਹੈ। ਪਰ ਕਹਿੰਦੇ ਜਿਨ੍ਹਾਂ ਸਮਿਆਂ 'ਚ ਸਤਿਗੁਰਾਂ ਨੇ ਹਲ ਵਾਹਿਆ ਸੀ, ਨਾਲ ਦਿਆਂ ਨੇ ਵੀ ਉਹਨਾਂ ਸਮਿਆਂ 'ਚ ਵਾਹਿਆ ਸੀ। ਤੇ ਗੁਰੂ ਸਾਹਿਬ ਜੀ ਦੇ ਬੀਜੇ ਹੋਏ ਬੀਜ ਕਹਿੰਦੇ ਹਰੇ ਹਰੇ ਫੁੱਟਣੇ ਸ਼ੁਰੂ ਹੋ ਗਏ ਤੇ ਬਾਕੀਆਂ ਦੇ ਨਹੀਂ। ਮਤਲਬ ਸਤਿਗੁਰਾਂ ਦੀ ਖੇਤੀ ਅਗੇਤੀ ਹੋ ਰਹੀ ਹੈ। ਬਾਕੀਆਂ ਨੇ 7 ਦਿਨ ਲਏ, ਕਣਕ ਬੀਜੋ, ਕੁਛ ਹੋਰ ਬੀਜੋ, 7, 8, 10 ਦਿਨ, 15 ਦਿਨ, ਤੇ ਕਈ ਵਾਰ ਬੀਜੇ ਦਾ ਪਤਾ ਵੀ ਨਹੀਂ ਲੱਗਦਾ ਕਿੱਥੇ ਬੀਜਿਆ। ਹੌਲੀ ਹੌਲੀ ਸੂਈਆਂ ਦੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ, ਵਕਤ ਲੱਗਦਾ। ਪਰ ਕਹਿੰਦੇ ਤੀਜੇ ਕੁ ਦਿਨ ਜਦੋਂ ਫਸਲ ਨੇ ਮੂੰਹ ਕੱਢਣੇ ਸ਼ੁਰੂ ਕਰਤੇ, ਬੀਜ ਪੁਗਰਨੇ ਸ਼ੁਰੂ ਹੋ ਗਏ, ਤੇ ਪਿਤਾ ਜੀ ਨੇ ਵੱਡੇ ਵੱਡੇ ਖਾਬ ਦੇਖਣੇ ਸ਼ੁਰੂ ਕਰਤੇ। ਘਰੇ ਆਏ, ਸਤਿਗੁਰਾਂ ਦੇ ਮਾਤਾ ਜੀ ਦੇ ਸਾਹਮਣੇ ਆਪਣੇ ਪੁੱਤ ਨੂੰ ਜੱਫੀ ਪਾ ਕੇ ਕਹਿੰਦੇ ਵੇਖ ਮੇਰਾ ਪੁੱਤ ਕਿੱਡਾ ਸਿਆਣਾ ਹੈ। ਪਤਾ ਭਗਵਾਨ ਨੇ ਕਿੰਨੀ ਸੋਹਣੀ ਖੇਤੀ ਬੀਜ ਕੇ ਆਇਆ। ਐਵੇਂ ਲੋਕੀ ਕਹਿੰਦੇ ਤੇਰਾ ਪੁੱਤ ਕਮਲਾ, ਵੇਖੋ ਤੇ ਸਹੀ ਹੁਣ ਲੋਕਾਂ ਦੇ ਮੂੰਹ ਬੰਦ ਹੋਣਗੇ ਜਦ ਸਾਡੀ ਫਸਲ ਦੁੱਗਣੀ ਚੌਗਣੀ ਨਿਕਲੂਗੀ। ਸ੍ਰੀ ਗੁਰੂ ਨਾਨਕ ਹਿਰਦੇ ਵਿਚਾਰੇ, ਧਨ ਤ੍ਰਿਸ਼ਨਾ ਦਿਨ ਪ੍ਰਤਖਿਤ ਭਾਰੇ। ਤੇ ਸਤਿਗੁਰੂ ਨੇ ਚੁੱਪ ਕਰਕੇ ਬੈਠੇ ਰਹੇ, ਸੁਣ ਰਹੇ ਨੇ ਪਿਤਾ ਜੀ ਦੀਆਂ ਗੱਲਾਂ। ਮਨ ਚ ਮਰਦ ਸੋਚਦੇ, ਕਹਿੰਦੇ ਪਿਤਾ ਜੀ ਐਡੀ ਤ੍ਰਿਸ਼ਨਾ ਲਾਈ ਫਿਰਦੇ ਧਨ ਦੀ, ਕਿੱਥੇ ਲੈ ਜਾਣਾ ਤਾਂ ਨਾਲ ਜਾਣਾ ਹੈ। ਜਾਂ ਤੇ ਪਹਿਲਾਂ ਕਮੀ ਹੋਵੇ, ਪਟਵਾਰੀ ਨੇ ਚੰਗੀ ਸੋਹਣੀ ਚੋਖੀ ਤਨਖਾਹ ਹੈ, ਜ਼ਮੀਨ ਹੈ, ਪਸ਼ੂ ਡੰਗਰ ਘਰ ਚ ਰੱਖੇ ਆ, ਜੋ ਬੀਜਣਾ ਉਹ ਖਾ ਲੈਣਾ, ਸਭ ਕੁਝ ਉਹਨਾਂ ਕੋਲੇ ਆ, ਕਮੀ ਕਾਹਦੀ ਹੈ? ਮਰਦ ਬੜੇ ਹੈਰਾਨ ਨੇ, ਕਿਉਂ ਪਿਤਾ ਜੀ ਏਦਾਂ ਕਰਦੇ, ਕਿਉਂ ਸਮਝਾਇਆ? ਸਮਝਦੇ ਨਹੀਂ। ਅਸੀਂ ਤੇ ਲੋਕਾਂ ਨੂੰ ਸਮਝਾਉਂਦੇ ਆ ਨਾਲ ਕੁਛ ਨਹੀਂ ਜਾਣਾ, ਤੇ ਬਾਪੂ ਮੇਰਾ ਕਹਿੰਦਾ ਪੁੱਤ ਤੂੰ ਵੀ ਕਮਾ ਲਾ, ਇਕੱਠਾ ਕਰ ਲਾ। ਹੈਰਾਨ ਸੀ ਮਰਦ, ਸੋਚਦੇ ਆ ਵੀ ਪਿਤਾ ਜੀ ਦੇ ਮਨਸੂਬਿਆਂ ਨੂੰ ਬੂਰ ਆਪਾਂ ਪੈਣ ਨਹੀਂ ਦੇਣਾ। ਸਤਿਨਾਮ। ਮਾਨੀ ਮਨ ਗੱਲ ਕਰਤੀ, ਬੋਲ ਵਿਗਾੜ ਨਹੀਂ ਕੀਤਾ।
ਆਪਾਂ ਕਿਸੇ ਨੂੰ ਕੰਮ ਤੋਂ ਜਵਾਬ ਦੇ ਦਈਏ ਤੇ ਆਪਾਂ ਬੁਰੇ ਲੱਗਣ ਲੱਗ ਜਾਂਦੇ। ਉਹ ਲੋਕ ਸਾਡੇ ਨਾਲ ਕਾਮਯਾਬ ਨੇ ਜਿਹੜੇ ਜਵਾਬ ਵੀ ਨਹੀਂ ਦਿੰਦੇ ਤੇ ਕੰਮ ਵੀ ਨਹੀਂ ਕਰਦੇ। ਲੋਕੀ ਉਹਨਾਂ ਦੀ ਪਿੱਠ ਪਿੱਛੋਂ ਵੀ ਤਾਰੀਫ ਕਰਦੇ, ਕਹਿੰਦੇ ਦੇਖ ਲਾ ਫਲਾਣਾ ਬਹੁਤ ਵਧੀਆ ਜੀ, ਹਾਂਜੀ ਹਾਂਜੀ ਕਰਦਾ ਹੈ। ਬਚੋ ਹਾਂਜੀ ਹਾਂਜੀ ਕਰਨ ਵਾਲੇ ਔਖਾ ਹੀ ਹੁੰਦਾ ਕਈ ਵਾਰ, ਪਰ ਜਿਹੜਾ ਸਹੀ ਬੰਦਾ ਨਾ ਪੂਰਾ ਕਰਾਰਾ ਜਵਾਬ ਦਊ ਮੇਰੇ ਕੋਲ ਸਮਾਂ ਨਹੀਂ, ਮੈਂ ਨਹੀਂ ਕਰ ਸਕਦਾ, ਸਮਝਣਾ ਚਾਹੀਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਤਾ ਜੀ ਦੇ ਬਚਨਾਂ ਨੂੰ ਸੁਣਦੇ ਰਹੇ, ਹੁਣ ਤੱਕ ਜਵਾਬ ਨਹੀਂ ਸੀ ਦਿੱਤਾ। ਹੁਣ ਮਹਾਰਾਜ ਸੋਚਦੇ ਆ ਵੀ ਕੁਛ ਐਸਾ ਕਰਕੇ ਵਿਖਾਈਏ ਪਿਤਾ ਨੂੰ ਸਮਝਿਆ ਜਾਵੇ। ਜਾਂ ਤੇ ਅਬਹਿ ਬਨਹਿ ਨਬੀਰੋ ਧਨ ਖਟਨੇ ਕੋ ਮੁਕਵੇ ਝੀਰੋ। ਹੁਣ ਕੀ ਖਿਆਲ ਕੀਤਾ ਮਰਦ ਨੇ ਵੀ ਇਹ ਤੇ ਕੰਮ ਹੁਣੇ ਕਰਨਾ ਚਾਹੀਦਾ, ਜੇ ਕੱਲ ਨੂੰ ਫਸਲ ਨਿਕਲ ਗਈ ਲਾਲਚ ਹੋਰ ਵਧੂਗਾ। ਸੁਭਾਵਿਕ ਗੱਲ ਹੈ, ਵਧਣਾ ਹੀ ਆ ਫਿਰ ਤੇ। ਵੀ ਜੇ ਪਿਤਾ ਜੀ ਵਾਲਾ ਇਹ ਝੱਜਟ ਪਹਿਲਾਂ ਹੀ ਨਿਬੇੜਿਆ ਜਾਵੇ ਲਾਲਚ ਵਾਲਾ ਤੇ ਠੀਕ ਨਹੀਂ ਹੈ। ਮਨ ਚ ਫੈਸਲਾ ਕਰ ਲਿਆ ਵੀ ਕੋਈ ਗੱਲ ਨਹੀਂ, ਖੇਤਾਂ ਤੇ ਆਪਾਂ ਹੀ ਜਾਣਾ ਹੈ, ਮਾਲਕਾ ਆਪਾਂ। ਪਿਤਾ ਜੀ ਬਾਰ-ਬਾਰ ਕਹਿੰਦੇ ਮੇਰੇ ਪੁੱਤਾ ਤੇਰੇ ਹੱਥ ਸਾਰਾ ਕੁਛ ਹੈ, ਬਣਾ ਲਾ, ਢਾ ਲਾ, ਗਵਾ ਲਾ। ਇਹ ਰੋਜ਼ ਕਹਿੰਦੇ ਸੀ। ਮਰਦ ਸੁਣੀ ਜਾਂਦੇ ਸੀ, ਕਹਿੰਦੇ ਕੋਈ ਗੱਲ ਨਹੀਂ ਪਿਤਾ ਜੀ, ਯਾਦ ਤੁਸੀਂ ਵੀ ਰੱਖੋਗੇ। ਆਖੋ ਸਤਿਨਾਮ। ਵੀ ਪੁੱਤ ਮੇਰੇ ਨੇ ਕਿੰਨੀ ਕਮਾਈ ਕੀਤੀ, ਘਰ ਘਰ ਜਾ ਕੇ ਦੱਸ ਕੇ ਆਉਂਗੇ। ਮਨ ਹੀ ਮਨ ਸਤਿਗੁਰਾਂ ਫੈਸਲਾ ਕਰ ਲਿਆ। ਵੈਸੇ ਬੋਹਰ ਖੇਤ ਰਖਵਾਰੀ ਵਰਜੈ ਕਿਸਨਾ ਚਰਨ ਪਸਚਾਰੀ। ਤੇ ਪਿਤਾ ਜੀ ਨੇ ਨਾ ਸੋਟੀ ਦੇ ਕੇ ਪੁੱਤ ਨੂੰ ਰੋਜ਼ ਕਹਿਣਾ, ਜਾ ਪੁੱਤ ਫਿਰ ਖੇਤ ਬਹਿ ਜਾ ਕੇ ਪੰਛੀ ਉਡਾਊ, ਗਾਂ ਮੱਝ ਬੱਕਰੀ ਗਧਾ ਕੋਈ ਪਸ਼ੂ ਨਾ ਖੇਤਾਂ ਵਿੱਚ ਬੜੇ, ਕਿਉਂਕਿ ਬਾੜਾਂ ਲੱਗੀਆਂ ਜਾਨਵਰ ਹਟਦੇ ਆ। ਅੱਜ ਕੱਲ੍ਹ ਤੇ ਕੰਡਿਆਲੀ ਤਾਰਾਂ ਵੀ ਲਾ ਦੋ ਤਾਂ ਵੀ ਕੋਈ ਨਾ ਕੋਈ ਪਸ਼ੂ ਆ ਕੇ ਜਾੜਾ ਕਰ ਜਾਂਦਾ ਹੈ। ਮਰਦ ਇੱਕ ਦਿਨ ਗਏ, ਕੋਈ ਪਸ਼ੂ ਨਹੀਂ ਆਇਆ। ਹੌਲੀ ਹੌਲੀ 10 15 20 ਦਿਨ, ਮਹੀਨਾ ਡੇਢ ਮਹੀਨਾ ਬਤੀਤ ਹੋਇਆ। ਕਹਿੰਦੇ ਫਸਲ ਗੋਡਿਆਂ ਤੋਂ ਉੱਪਰ ਹੋਣੀ ਸ਼ੁਰੂ ਹੋ ਗਈ। ਗੁਰੂ ਸਾਹਿਬ ਕਈ ਵਾਰ ਸੋਟੀ ਲੈ ਕੇ ਫਸਲ ਵਿੱਚ ਘੁੰਮਦੇ ਆ। ਰੱਬ ਦੀ ਕੁਦਰਤ ਹੈ, ਉਹਦੇ ਪਿਆਰ ਦੇ ਗੀਤ ਗਾਉਂਦੇ ਆ, ਬਾਣੀ ਪੜ੍ਹਦੇ ਆ ਤੇ ਔਰ ਜ਼ਿਮੀਂਦਾਰਾਂ ਨੂੰ ਬਹਿ ਕੇ ਸਮਝਾਉਂਦੇ ਆ ਵੀ ਭਾਈ ਜਿਵੇਂ ਇਹ ਫਸਲ ਹੈ ਉਵੇਂ ਤੇਰੀ ਜ਼ਿੰਦਗੀ ਹੈ। ਇਹ ਵੀ ਬੀਜੀ ਸੀ, ਬੀਜਣ ਵੇਲੇ ਇਹ ਬਚਪਨਾ ਸੀ, ਫਿਰ ਜਵਾਨੀ ਆਈ ਫਸਲ ਤੇ, ਫਿਰ ਬੁਢਾਪਾ ਆਇਆ, ਪੱਕ ਜਾਏਗੀ, ਉਸ ਤੋਂ ਬਾਅਦ ਇਹਦੇ ਦਾਣੇ ਪੀਸੇ ਜਾਣੇ, ਉਹਦਾ ਕਸੂਰ ਕੋਈ ਨਹੀਂ। ਪਰ ਤੇਰੀ ਜ਼ਿੰਦਗੀ ਵੀ ਐਸੀ ਹੈ, ਜਦੋਂ ਤੂੰ ਬਚਪਨ ਤੋਂ ਬੁਢਾਪੇ ਤੋਂ ਬਾਅਦ ਮੌਤ ਆਏਗੀ, ਤੈਨੂੰ ਤੇਰੇ ਕਰਮਾਂ ਨੇ ਪੀਸ ਦੇਣਾ ਹੈ। ਆਖੋ ਸਤਿਨਾਮ। ਸੋਚ ਸਮਝ ਕੇ ਫਰਕ। ਕਹਿੰਦੇ ਮਰਦ ਨੇ ਸਾਰਿਆਂ ਨੂੰ ਉਪਦੇਸ਼ ਦੇਣਾ। ਵੇਖੋ ਕਿੰਨਾ ਪਿਆਰਾ ਉਪਦੇਸ਼ ਹੈ, ਕਿੱਥੋਂ ਮਿਲਿਆ? ਫਸਲ ਤੋਂ ਮਿਲਿਆ। ਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਸਾਰ ਸੀ ਉਹ ਖੇਤਾਂ 'ਚ ਆ ਜਾਂਦੇ ਆ। ਭਾਈ ਬਾਲਾ ਜੀ ਮਹਾਰਾਜ ਕੋਲ ਆ ਜਾਂਦੇ, ਬਾਕੀ ਸਿੱਖ ਆ ਜਾਂਦੇ ਆ, ਆਮ ਦੂਰੋਂ ਬਾਹਰੋਂ ਲੋਕ ਆ ਜਾਂਦੇ। ਜਿਹਨੂੰ ਸਾਰਾ ਸੁਣਦਾ ਇਹਦੀ ਨਹੀਂ, ਉਹ ਗੱਲਾਂ ਬਾਤਾਂ ਕਰਕੇ ਤੁਰ ਜਾਂਦਾ। ਕਈ ਦਿਨ ਇਸੇ ਤਰ੍ਹਾਂ ਬਤੀਤ ਹੁੰਦੇ ਗਏ। ਪਿਤਾ ਜੀ ਨੂੰ ਖੁਸ਼ੀ ਹੈ ਵੀ ਪੁੱਤ ਮੇਰਾ ਚੰਗੀ ਸੰਭਾਲ ਕਰਦਾ ਹੈ, ਫਸਲ ਦੀ ਚੰਗੀ ਸੰਭਾਲ। ਸਵੇਰੇ ਜਾਂਦਾ ਹੈ, ਸ਼ਾਮ ਨੂੰ ਮੁੜ ਕੇ ਆਉਂਦਾ ਏ। ਰਾਸ ਸਭ ਬੜਵਾਂਗੋ ਮ੍ਰਿਗ ਬਰਿੰਦਾ ਚਾਰਤ ਖੇਤ ਰਹਿ ਬੈਸ ਆਨੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਰੁੱਖ ਦੇ ਥੱਲੇ ਬੈਠੇ ਰਹਿੰਦੇ ਆ। ਕਹਿੰਦੇ ਅੱਜ ਸਹਿਜ ਸੁਭਾਅ ਨਾਲ ਕੁਛ ਗਧਿਆਂ ਦੀ ਡਾਰ ਆਈ। ਰਸ਼ ਬਨਾਮਾ ਗਧੇ ਦਾ। ਕਹਿੰਦੇ ਗਧੇ ਆਏ। ਹੁਣ ਗਧਿਆਂ ਦਾ ਖੇਤ ਚਰਨ ਦਾ ਹਿਸਾਬ ਹੋਰ ਹੀ ਹੁੰਦਾ। ਖਾਂਦੇ ਖੁੰਦੇ ਘੱਟ ਨੇ ਤੇ ਲੇਟੇ ਜ਼ਿਆਦਾ ਮਰਦੇ ਆ। ਗੁਰੂ ਸਾਹਿਬ ਦੇ ਜਦੋਂ ਖੇਤ ਵਿੱਚ ਹਰਾ ਹਰਾ ਘਾਹ ਵੇਖਿਆ, ਵੜ ਗਏ। ਮਹਾਰਾਜ ਹੱਸੀ ਜਾਣ ਵੇਖ ਕੇ, ਕਿੱਡਾ ਵੱਡਾ ਜਿਗਰਾ ਜੀ। ਆਪਣੀ ਖੇਤੀ 'ਚ ਫਸਲ 'ਚ ਕੋਈ ਵੜ ਜੇ ਤੇ ਖੁਸ਼ ਹੋ ਕੇ ਬੈਠੋ ਵੀ ਕੋਈ ਗੱਲ ਨਹੀਂ, ਲੈ ਮੌਜਾਂ ਛੱਡ ਲਾ, ਤੇਰੇ ਲਈ ਇਹੀ ਸੋਨਾ। ਕਹਿੰਦੇ ਗਧਿਆਂ ਤੋਂ ਬਾਅਦ ਗਾਵਾਂ ਵੜ ਗਈਆਂ, ਗਾਵਾਂ ਤੋਂ ਬਾਅਦ ਮੱਝਾਂ ਵੜ ਗਈਆਂ। ਮਹਾਰਾਜ ਵੇਖ ਵੇਖ ਉਹਨਾਂ ਨੂੰ ਗਿਣਦੇ ਰਹਿੰਦੇ ਨੇ, ਕਿੰਨੀਆਂ ਹੋ ਗਈਆਂ, ਕਿੰਨੀਆਂ ਨਿਕਲ ਗਈਆਂ, ਕਿੰਨੀਆਂ ਰਹਿ ਗਈਆਂ। ਹੁਣ ਕੰਮਾਂ ਨਾਲ ਨਹੀਂ ਆਉਂਦਾ, ਗੁਰੂ ਸਾਹਿਬ ਇਕੱਲੇ ਆ। ਕਹਿੰਦੇ ਜੀ ਪਸ਼ੂਆਂ ਨੂੰ ਮੌਜ ਲੱਗ ਗਈ। 4 ਪਸ਼ੂ ਆਏ, 20 ਆਏ, 50 ਆਏ, 100 ਆਏ, ਹੋਰ ਵੱਧ ਆ ਜਾਂਦੇ ਨੇ। ਗਾਵਾਂ ਮੱਝਾਂ ਚਰਨ ਵਾਲੀਆਂ ਵੀ ਆ ਕੇ ਖੇਤੀ ਚਰਨ ਲੱਗ ਪਈਆਂ। ਦਿਨ 2 1 ਮੇ ਦੀਨ ਨਵੇਰੀ ਇੱਕ ਨਾ ਬੂਟ ਗਹਿ ਸਗਨ ਕਨੇਰੀ। ਪਹਿਲੇ ਦਿਨ ਖੇਤ ਅੱਧ ਤੋਂ ਵੱਧ ਚਰ ਦਿੱਤਾ। ਗੁਰੂ ਸਾਹਿਬ ਘਰੇ ਆਏ। ਬਾਪੂ ਜੀ ਇਸ ਗੱਲ ਤੋਂ ਬੇਖਬਰ ਨੇ। ਪੁੱਤ ਦੀਆਂ ਤਾਰੀਫਾਂ ਦਰਵਾਜ਼ੇ 'ਚ ਵੜਦੇ। ਕਹਿੰਦੇ ਵਾਹ ਮੇਰਾ ਹੀਰਾ ਪੁੱਤ। ਸਿਫਤਾਂ ਬੰਦੇ ਦੀਆਂ ਨਹੀਂ ਹੁੰਦੀਆਂ, ਕੰਮ ਤੇ ਮਾਇਆ ਦੀਆਂ ਹੁੰਦੀਆਂ। ਸਤਿਨਾਮ। ਉਹੀ ਪੁੱਤ ਆ ਜਿਹਨੂੰ ਮਾਪੇ ਕਹਿੰਦੇ ਸੋਨੇ ਵਰਗਾ ਕਮਾਉਣੋਂ ਹਟ ਜੇ, ਸੁੱਤਾ ਪਿਆ ਰਵੇ। ਉਹੀ ਗਾਲਾਂ ਕੱਢਦੇ, ਕਹਿੰਦੇ ਜੰਮਿਆ ਕਿਉਂ ਸੀ ਓਏ, ਤੂੰ ਮਰੀ ਜਾਂਦਾ ਚੰਗਾ ਸੀ, ਸਾਡੇ ਗਲ ਪੈ ਗਏ ਆ, ਬੜਾ ਕੁਛ ਬੋਲਦੀ ਤੂੰ।
पिता जी इन्ने खुश सिफत करी जान, मर्ज अंदरों अंदर मुस्कुराई जान भी बापू जी ते कल परसों पता लगू। मर्ज जानते सारा कुछ। कहते दूजा दिन होया, वो जिन्नी क फसल रह गई सी, पशुआं का सुभाव हुंदा जिथों छड्ड के जांदे उत्थे ही फेर पड़ जांदे आ, जदों कोई रोक टोक नहीं है। दूजे दिन आए, कहते पशु ते चर गए, गधियां ने मारता फसल का नाश। चलो पशुआं की चरी हुई ते हरी हो सकती, जिथे गधियां ने गाह पाता उत्थे की होना है। पैरां नाल खुरां नाल पट ते लेटे मार मार के जड़ा जड़ा पट के मरियां। कहते दूजा दिन बतीत हो गया, खेत गुरु साहब ने रड़ा मैदान बनवाता। जिवें कबड्डी वाला ग्राउंड होंदा ना, इदां दा बनाया होया। पिता नूं नहीं अजे पता। बापू ते तरीफां करदे फिरदे ने, पटवार खाने जांदे आ भी मित्रां दोस्तां कोले भी, कहंदे पुੱਤ मेरा खेती करनी सिख गया, इस बार तुहाडे नालों वध झाड़ कढ के विखावांगे। ਇਹ ਹੁੰਦੀ ਆ ਜ਼ਿਮੀਂਦਾਰਾਂ ਨੂੰ ਆਦਤ, ਸਿਫਤਾਂ ਕਰੀ ਜਾਣੀ ਆਪਣੇ ਜਵਾਕਾਂ ਦੀਆਂ ਸਾਰਾ ਦਿਨ। ਕਈਆਂ ਦੀ ਆਦਤ ਹੁੰਦੀ ਹੈ, ਪਰ ਜਿੱਦਣ ਕੋਈ ਉਹ ਚੰਦ ਚਾੜੇ ਆਉਣ ਫਿਰ ਬੜਾ ਪਛਤਾਵਾ ਹੁੰਦਾ ਵੀ ਹੁਣ ਮੂੰਹ ਕਿੱਥੇ ਲੁਕੋਈਏ। ਪਿਤਾ ਜੀ ਨੇ ਕਹਿੰਦੇ ਜੀ ਖੂਬ ਤਾਰੀਫਾਂ ਸਾਰੇ ਪਿੰਡ 'ਚ ਸਾਰੇ ਮੁਹੱਲੇ 'ਚ ਕਰਤੀਆਂ, ਬੜਬੋਲਾ ਸੁਭਾਅ। ਪਰ ਸਤਿਗੁਰਾਂ ਦੇ ਚਾਚਾ ਜੀ ਸੁਣ ਕੇ ਚੁੱਪ ਰਹਿੰਦੇ ਨੇ। ਉਹ ਨਾ ਬਹੁਤੀ ਸਿਫਤ ਕਰਦੇ, ਨਾ ਬਹੁਤਾ ਮਾੜਾ ਕਹਿੰਦੇ। ਉਹ ਕਹਿੰਦੇ ਵੇਖੀ ਜਾਊਗੀ ਅਜੇ ਤੇ ਤੇਲ ਦੀ ਧਾਰ ਆ, ਅੱਜ ਕੀ ਆ ਕੱਲ ਕੀ ਹੋਣਾ ਪਤਾ ਕੁਛ। पर पिता जी इस गल तो बड़े खुश सी भी मेरे पुत्र नूं हौसला मिलता, बल मिलता है। कहते जी दूजे दिन सारी फसल उजड़ गई, मिट्टी मिट्टी दिसदी। हुण गारा बनाया पिया, गधियां ने गावां ने मझां ने, फसल इदां हो गई मुड़ कदे भी पानी लाया भी वो हरी नहीं होनी। कालो गयो बिलोकण खेत, ढिग बैठे बेदी कुल के तो। कहते जी तीजा दिन बतीत हो गया फसल दे उजाड़े दा, ते पिता जी दे मन च आया भी चल 2 घड़ी पुੱਤ कोल बह के आउणे आ, नाले हल्ला शेरी दे के आउणे आ, नाले वेख आवांगे खेती कि हुण ते पक्कण दे नेड़े आई होई है। गुरु साहब ना खेत तो काफ़ी दूर बैठे सी, एक रुख दे नेड़े। बापू जी खेत वाले पासे नहीं गए, आके मर्ज कोल बह के कहंदे पुੱਤ किवें आ? मर्ज कहंदे चढ़दी गल्लां। अजे खेत वाले पासे ध्यान नहीं गया, ਵੱਟ ਤੇ ਬਹਿ ਕੇ ਤਾਰੀਫਾਂ ਕਰਦੇ ਆ, ਸਿਫਤਾਂ ਕਰਦੇ ਆ। ਕਹਿੰਦੇ ਅਗਲੀ ਵਾਰ ਆਪਾਂ ਇੰਨੀ ਜ਼ਮੀਨ ਲੈ ਲਾਂਗੇ। ਮਰਦ ਚੁੱਪ ਵੀ ਬਾਪੂ ਆਪਣੀ ਤੇ ਉਹੀ ਨਹੀਂ ਰਹੀ, ਆਖੋ ਸਤਿਨਾਮ। ਤੁਸੀਂ ਕਿਹੜੀ ਕਹਿਣ ਦੀਆਂ ਗੱਲਾਂ ਕਰਦੇ ਜੀ? ਪਿਤਾ ਦੀ ਵੱਡੀਆਂ ਵੱਡੀਆਂ ਗੱਲਾਂ ਕਰਦੇ, ਵੱਡਾ ਨਗਰ ਵਸਾ ਦਾਂਗੇ, ਇੰਨਾ ਝਾੜ ਹੋ ਜਾਊਗਾ, ਇਸ ਵਾਰ ਸਭ ਤੋਂ ਵੱਧ ਝਾੜ ਬੇਦੀਆਂ ਦਾ ਨਿਕਲਣਾ ਫਸਲ ਚੋਂ। ਮਰਦ ਨੇ ਕੋਈ ਜਵਾਬ ਨਹੀਂ ਦਿੱਤਾ। ਕਹਿੰਦੇ ਚੱਲ ਫਿਰ ਪੁੱਤ ਫਸਲ ਵੇਖ ਕੇ ਆਈਏ। ਮਰਦ ਉੱਠੇ, ਚਲੋ ਚੱਲੀ ਗਏ। ਵੀ ਕਿੱਡੀ ਕਿੱਡੀ ਹੋ ਗਈ ਹੈ, ਗੋਡਿਆਂ ਤੱਕ ਤੇ ਪਹੁੰਚ ਗਈ, ਬੱਲੀਆਂ ਬੁੱਲੀਆਂ ਲਾਗੀਆਂ ਹੋਈਆਂ ਜੇ ਕਣਕ ਬੀਜੀ ਹੈ। ਜੇ ਦੂਜੀ ਹੋਰ ਕੋਈ ਬੀਜੀ ਫਸਲ ਤਾਂ ਵੀ ਪੱਕਣ ਵਾਲੀ ਹੋਣੀ। ਲੰਮਾ ਸਮਾਂ ਬਤੀਤ ਹੋ ਗਿਆ ਏ। ਫਿਰੈ ਕਿਦਾਰ ਮਦ ਪਸ ਬਰਿੰਦਾ, ਕਿਸੇ ਨਾ ਵਰਜੈ ਆਨੰਦ ਕੰਦਾ। ਕਹਿੰਦੇ ਜਦੋਂ ਚੱਲ ਕੇ ਪਿਤਾ ਜੀ ਨੇੜੇ ਆਏ ਵੇਖਿਆ, ਕਹਿੰਦੇ ਪੁੱਤਰ ਉਹ ਜਿਹੜੇ ਪਸ਼ੂ ਫਿਰਦੇ ਆਪਣੀ ਜ਼ਮੀਨ 'ਚ ਨੇ ਨਾ, ਹਾਂ ਤੇ ਨਾ। ਚੁੱਪ। ਜਦੋਂ ਪਸ਼ੂ ਵੇਖੇ ਨਾ, ਹੁਣ ਪਤਾ ਤੇ ਹੈ ਜ਼ਮੀਨ ਆਪਣੀ, ਮੂੰਹੋਂ ਸੁਣਨਾ ਚਾਹੁੰਦੇ ਆ ਵੀ ਜੇ ਕਹੇ ਸਾਡੀ ਚੀਜ਼ ਹੈ। ਮਰਦ ਨਹੀਂ ਬੋਲੇ। ਬਾਪੂ ਜੀ ਨੂੰ ਤਮਾ ਲੱਗ ਗਈ, ਡਾਂਗ ਚੁੱਕੀ ਪਸ਼ੂਆਂ ਦੇ ਪਿੱਛੇ। ਉਹ ਕਹਿੰਦੇ ਨਾਨਕ ਛੇਤੀ ਆ, ਫਸਲ ਉਜੜ ਗਈ ਆਪਣੀ, ਇੱਥੇ ਕੀ ਕਰਦਾ ਹੈ? ਨਾਲ ਨਾਲ ਗੁਰੂ ਸਾਹਿਬ ਭੱਜ ਲਿਆ। ਪਤਾ ਤੇ ਹੈ ਵੀ ਉੱਥੇ ਹੈ ਕੁਛ ਨਹੀਂ। ਪਿਤਾ ਜੀ ਦਾ ਮਾਣ ਰੱਖਣਾ ਤਾਂ ਹੀ ਲੱਗੀ ਪਈ ਬਾਪੂ ਜੀ ਨੂੰ। ਤੇ ਮਾਇਆ 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 ਇਕੱਠੀ ਕਰ ਲੈ ਪੁੱਤ, ਨਾਲ ਲੈ ਕੇ ਜਾਣੀ ਹੈ। ਗੁਰੂ ਸਾਹਿਬ ਨਾਲ ਚੱਲ ਪਏ। ਜਦ ਆ ਕੇ ਪਸ਼ੂਆਂ ਦੇ ਮਾਰੀਆਂ ਸੋਟੀਆਂ ਵੇਖਿਆ, ਕਹਿੰਦੇ ਉੱਥੇ ਤੇ ਘਾਣ ਕੀਤਾ ਪਿਆ ਫਸਲ ਦਾ। ਗੁੱਸਾ ਚੜਿਆ ਆਪਣੇ ਪੁੱਤ ਵੱਲ ਵੇਖਿਆ, ਕਹਿੰਦੇ ਪੁੱਤਰ ਕਿੱਥੇ ਬੀਜੀ ਫਸਲ? ਕਹਿੰਦੇ ਬਾਪੂ ਜੀ ਆਈ ਹੋ ਸੀ, ਆਖੋ ਸਤਿਨਾਮ। ਓਏ ਪਸ਼ੂ ਕਿਉਂ ਨਹੀਂ ਕੱਢੇ ਬਾਹਰ? ਕਹਿੰਦੇ ਪਿਤਾ ਜੀ ਚਰਨ ਆਏ ਸੀ, ਮੈਂ ਕਿਹਾ ਚੱਲ ਖਾ ਕੇ ਖੁਸ਼ ਨੇ, ਖੁਸ਼ ਰਹਿਣ ਦਿਓ। ਤੇ ਬਾਪੂ ਨੂੰ ਇੱਕ ਚੜੇ ਇੱਕ ਉਤਰੇ। ਉਹ ਜਿਹਦੀ ਜ਼ਮੀਨ ਬਰਬਾਦ ਹੋ ਗਈ ਉਹਨੂੰ ਮੁਆਵਜ਼ਾ ਕਿਹਨੇ ਦੇਣਾ? ਹਾਂ ਕੁਦਰਤੀ ਕਰੋਪੀ ਹੋਵੇ ਤੇ ਮੁਆਵਜ਼ਾ ਮਿਲ ਸਕਦਾ, ਤੇ ਆਪਣੇ ਹੱਥੀਂ ਖੇਤ ਰੋੜਾਇਆ। ਬਾਪੂ ਜੀ ਗੁੱਸੇ ਵਿੱਚ ਆਏ, ਕਈ ਪਸ਼ੂਆਂ ਦੇ ਮਾਰ ਮਾਰ ਕੱਢਿਆ। ਮਰਦ ਇੱਕ ਤਾਂ ਖੜੇ ਹੋ, ਪਿਤਾ ਜੀ ਬੜਾਉਂਦੇ ਉੱਚੀ ਉੱਚੀ ਬੋਲਦੇ ਆ, ਮਾੜੇ ਚੰਗੇ ਬੋਲ ਬੋਲਣ ਲੱਗੇ ਨੇ। ਅਸ ਬਿਦ ਦੇਖ ਕ੍ਰੋਧ ਪਾ ਕਾਲੋ, ਮੁਖ ਬੋਲਤ ਦੁਰਵਚਨ ਵਿਸਾਲੋ। ਕਹਿੰਦੇ ਬਾਪੂ ਇੰਨੇ ਗੁੱਸੇ ਚ ਆਇਆ ਹੋਇਆ, ਬਾਹ ਫੜ ਕੇ ਸਤਿਗੁਰਾਂ ਨੂੰ ਘੜੀਸ ਘੜੀਸ ਕੇ ਲੈ ਕੇ ਉਹਦੇ ਕਹਿੰਦਾ ਆ ਵੇਖ ਟੋਏ ਪੱਟੇ ਪਏ ਆ, ਕਿੱਥੇ ਨੇ ਬੂਟੇ, ਕਿੱਥੇ ਆ ਫਸਲ? ਮਰਜ ਮਾਸੂਮ ਦੇ ਬਣ ਕੇ ਚੁੱਪ ਚੁੱਪ ਦੇ ਨਾਲ ਚੱਲੀ ਜਾਂਦੇ ਵੀ ਬਾਪੂ ਅੱਜ ਤੇਰਾ ਹੀ ਦੇਣਾ, ਜੋ ਮਰਜ਼ੀ ਕਰ ਲਾ। ਹੁਣ ਅਸੀਂ ਹੋ ਗਿਆ ਉਹ ਝੜਕੇ ਬਾਪੂ
ਆਹ ਰਖਵਾਲੀ ਹੁੰਦੀ। ਮੈਂ ਤੇ ਕਹਿੰਦਾ ਸੀ ਪੁੱਤ ਮੇਰਾ ਡਬਲ ਝਾੜ ਕੱਢ ਕੇ ਲੈ ਕੇ ਆਓ, ਦੁੱਗਣੀ ਫਸਲ ਬੀਜੂਗਾ। ਆਹ ਕੀ ਕਰਤੂਤ ਕੀਤੀ ਹੈ? ਕਹਿੰਦੇ ਜੀ ਇਹੋ ਜਿਹੇ ਕੌੜੇ ਕੌੜੇ ਬੋਲ ਪਿਤਾ ਨੇ ਬੋਲੇ ਜੋ ਕਦੇ ਕਿਸੇ ਨੇ ਸੁਣੇ ਨਹੀਂ ਹੁੰਦੇ। ਮੰਦ ਭਾਗ ਮੈਂ ਆਪਨ ਨਿਹਾਰਾ, ਤੂੰ ਸੁਤ ਜਨਮਿਓ ਸਦਨ ਉਜਾਰਾ। ਕਹਿੰਦੇ ਜ਼ਿਮੀਦਾਰ ਭੱਜੇ ਆਏ ਨੇੜੇ ਤੇੜੇ ਵਾਲੇ, ਕਹਿੰਦੇ ਕੀ ਹੋ ਗਿਆ? ਕਹਿੰਦਾ ਮਾੜੇ ਕਰਮ ਮੇਰੇ, ਇਹੋ ਜਿਹਾ ਮੁੰਡਾ ਘਰੇ ਜੰਮਿਆ। ਸਤਿਨਾਮ, ਸਤਿਗੁਰਾਂ ਦੇ ਪਿਤਾ ਇਹ ਸ਼ਬਦ ਵਰਤ ਰਹੇ ਨੇ, ਭਾਈ ਬਾਲਾ ਜੀ ਲਿਖਾ ਰਹੇ ਆ। ਮੰਦ ਭਾਗ ਸੁਤ ਜਨਮਿਓ ਮੇਰੇ, ਮੇਰੇ ਮਾੜੇ ਕਰਮ, ਇਹੋ ਜਿਹਾ ਪੁੱਤ ਮੇਰੇ ਘਰ ਜੰਮਿਆ। ਮੈਂ ਸੋਚਦਾ ਸੀ ਵਾਧਾ ਕਰੂ, ਇਹਦੇ ਘਾਟੇ ਦੀ ਦੁਕਾਨ ਹੈ। ਮੇਰੀ ਜਿਉਂਦੀ ਜਾਗਦੀ ਫਸਲ ਬਰਬਾਦ ਕਰਤੀ। ਮੈਂ ਪਿੰਡ ਤੇ ਕੀ ਮੂੰਹ ਦਿਖਾਉਣਾ ਹੈ? ਲੋਕਾਂ ਨੂੰ ਕਹਿ ਕੇ ਆਇਆ ਸੀ ਤੁਹਾਡੇ ਤੋਂ ਦੁੱਗਣੀ ਫਸਲ ਦਾ ਝਾੜ ਮੇਰੇ ਪੁੱਤਰ ਦੀ ਬੀਜੀ ਦਾ ਹੋਊਗਾ। ਕਿਹੜਾ ਝਾੜ ਵਿਖਾਵਾਂਗੇ? ਲੋਕ ਹੁਣ ਕੀ ਕਹਿਣ? ਕਿਤੇ ਨਾ ਕਿਤੇ ਪਿਤਾ ਜੀ ਨੂੰ ਮਾਇਆ ਦਾ ਫਿਕਰ ਤੇ ਲੋਕਾਂ ਦਾ ਫਿਕਰ, ਪੁੱਤ ਨੂੰ ਨਹੀਂ ਸਮਝ ਆਉਂਦਾ। ਗੁਰੂ ਸਾਹਿਬ ਨੂੰ ਕਹਿੰਦੇ ਜੀ ਜਿੰਨੇ ਮਾੜੇ ਸ਼ਬਦ ਹੋਏ ਕਵੀ ਕਹਿੰਦੇ ਬੋਲੇ ਗਏ, ਆਹ ਦਿਨ ਵਿਖਾਉਣੇ ਸੀ ਪੁੱਤਰ। ਸ਼ਾਬਾਸ਼ ਤੇਰੇ, ਮੈਂ ਤੇ ਤੇਰੀਆਂ ਤਾਰੀਫਾਂ ਕਰ ਕਰ ਨਹੀਂ ਸੀ ਰਚਿਆ। ਆਹ ਕੀ ਕਰਤੂਤ ਕਰ ਦਿੱਤੀ ਹੈ। ਆਰ ਬਲਾ ਲਗੂ ਮਹੀ ਤਵ ਚਾਲੀ, ਵਸਤ ਖੋਏ ਕੀਆ ਲੈ ਖਾਲੀ। ਇਹ ਸੁਭਾਵਿਕ ਗੱਲ ਹੈ ਦੁਨੀਆ ਦੀ। ਤੁਹਾਡੀ ਇੱਕ ਗਲਤੀ ਕਿਸੇ ਦੇ ਸਾਹਮਣੇ ਆ ਜੇ, 90 ਗਲਤੀਆਂ ਲੋਕੀ ਇੱਧਰ ਉੱਧਰ ਵਾਲੀਆਂ ਵੀ ਨਾਲ ਫਿੱਟ ਕਰ ਲੈਂਦੇ ਆ। ਲੋਕਾਂ ਦੇ ਸਾਹਮਣੇ ਖੇਤ ਵਿੱਚ ਖੜੇ ਪਿਤਾ ਜੀ ਕਲਿਆਣ ਚੰਦ ਪਤਾ ਕੀ ਬੋਲਦੇ ਆ? ਉਹ ਕਹਿੰਦੇ ਲੱਗ ਛੋਟੀ ਉਮਰ ਵਿੱਚ ਹੀ ਤੇਰੇ ਆਹ ਕੰਮ ਸੀ, ਤੂੰ ਕਦੇ ਸੁੱਖ ਨਾ ਵਿਖਾਈ ਮੈਨੂੰ। ਸਮਾਨ ਚੁੱਕਿਆ ਲੋਕਾਂ ਦੇ ਘਰ ਸੁੱਟਤਾ, ਸਮਾਨ ਕੱਪੜੇ ਚੁੱਕ ਕੇ ਸੁੱਟ ਦਿੱਤੇ, ਤੈਨੂੰ ਕੁਛ ਨਹੀਂ ਕਿਹਾ। ਬੱਚਾ ਏ ਬੱਚਾ, ਤੂੰ ਹੁਣ ਬੱਚਾ ਹੈ। ਚੁੱਪ ਚਾਪ ਹੱਥ ਵੀ ਸਾਹਮਣੇ ਨੀਵੀਂ ਪਾ ਕੇ ਖੜੇ, ਤੇ ਬਾਕੀ ਲੋਕ ਬੜੇ ਖੁਸ਼ ਹੁੰਦੇ ਆ ਵੀ ਵਾਹ ਜੀ ਵਾਹ, ਪਿਤਾ ਪੁੱਤ ਦੀ ਜੋੜੀ ਹੁਣ ਗੱਲ ਬਣੀ। ਆਖੋ ਸਤਿਨਾਮ। ਉਹ ਸ਼ਰੀਕੀ ਉੱਤੋਂ ਤੋਂ ਹੀ ਕਹਿੰਦੇ ਉਹਦੇ ਨਾਲ ਲੜੋ, ਇਦਾਂ ਨਾ ਕਰੋ। ਅੰਦਰੋਂ ਤੇ ਬੜੀ ਖੁਸ਼ੀ ਹੁੰਦੀ ਆ ਵੀ ਚੱਲ ਬਹੁਤ ਵਧੀਆ, ਅਕਲ ਟਿਕਾਣੇ ਆਊਗੀ ਨਾ ਰਣਗੇ। ਪਰ ਗੁਰੂ ਸਾਹਿਬ ਕਿਉਂਕਿ ਉਹ ਇਹਨਾਂ ਕੰਮਾਂ 'ਚ ਪੈਣਾ ਹੀ ਨਹੀਂ ਚਾਹੁੰਦੇ ਸੀ। ਮਰਦ ਸਭ ਦਾ ਸੋਚਦੇ ਆ, ਉਹ ਪਸ਼ੂਆਂ ਬਾਰੇ ਨਹੀਂ ਸੋਚਦੇ ਕਿਉਂਕਿ ਸ੍ਰਿਸ਼ਟੀ ਦੇ ਮਾਲਕ ਨੇ। ਪਿਤਾ ਨਹੀਂ ਸੀ ਸੋਚਦੇ, ਉਹਨਾਂ ਨੂੰ ਇੱਕੋ ਹੀ ਚੀਜ਼ ਦਿਸਦੀ ਸੀ, ਪੁੱਤ ਮਾਇਆ ਕਮਾਵੇ, ਪੈਸੇ ਕਿੱਥੋਂ ਇਕੱਠੇ ਕਰ ਲਈਏ, ਮਾਇਆ ਇਕੱਠੀ ਕਰਨ ਦੀ ਮਸ਼ੀਨ ਬਣ ਜੇ। ਕਹਿੰਦੇ ਜੀ ਪਿਤਾ ਬੋਲ ਰਹੇ ਨੇ ਬਾਰ-ਬਾਰ, ਕਹਿੰਦੇ ਤੂੰ ਨਿਆਣ ਮੱਤ ਵਿੱਚ ਤੇ ਇਹੋ ਜਿਹਾ ਸੀ, ਵੱਡਾ ਹੋ ਕੇ ਵੀ ਨਹੀਂ ਸੁਧਰਿਆ, ਤੇਰੇ ਆਹੀ ਕੰਮ ਰਹਿਣਗੇ। ਉਚਿਤ ਕਮਾਵਣ ਅਬ ਭੀ ਬਿਸ, ਕਰਨ ਕੁਕਾਜ ਲੱਗੇ ਪੁਨਿਸ। ਉਹ ਪੁੱਤਰਾ ਮੈਂ ਹੀ ਮੂਰਖਾਂ ਜਿਹੜਾ ਤੇਰੇ ਤੇ ਬਾਰ-ਬਾਰ ਭਰੋਸਾ ਜਮਾਉਂਦਾ ਰਹਿਣਾ। ਮੈਨੂੰ ਤੇ ਲੋਕਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਤੇਰਾ ਪੁੱਤ ਲਾਈ ਲੱਗ ਕਿਸੇ ਕੰਮ ਨਹੀਂ ਆਉਂਦਾ। ਲੋਕਾਂ ਦੀਆਂ ਗੱਲਾਂ ਨਹੀਂ, ਲੋਕ ਦੇ ਬਹੁਤ ਕੁਝ ਕਹਿੰਦੇ ਆ। ਜੇ ਲੋਕਾਂ ਦੀਆਂ ਸੁਣ ਕੇ ਚੱਲੋਗੇ ਤੇ ਫਿਰ ਆਹੀ ਕੁਝ ਹੋਣਾ ਹੈ। ਆਪਣੇ ਦਿਲ ਦੀ ਸੁਣੋ, ਆਪਣੀ ਮਨ ਦੀ ਸੁਣੋ। ਤੇਰੇ ਆਪਣੇ ਕੀ ਕਹਿੰਦੇ, ਤੇਰਾ ਦਿਲ ਕੀ ਕਹਿੰਦਾ, ਦੁਨੀਆ ਦਾ ਕੀ ਉਹਨੂੰ ਕਹਿ ਲੈਣ ਦੇ। ਪਿਤਾ ਬੋਲੇ ਉੱਚੀ ਉੱਚੀ, ਚੀਖ ਚੀਖ ਕੇ ਬੋਲਦੇ ਆ, ਗਲ ਪਾੜ ਪਾੜ ਕੇ ਬੋਲਦੇ ਆ ਕਿ ਜੇ ਤੂੰ ਲਾਈ ਦਾ ਲਾਈ ਲੱਗ ਰਿਹਾ, ਛੋਟਾ ਹੁੰਦਾ ਵੀ ਨਾ ਸੁਧਰਿਆ, ਸੁਧਰਿਆ ਵੱਡਾ ਹੋ ਕੇ ਵੀ ਨਹੀਂ। ਆ ਲੋਕਾਂ ਦੀਆਂ ਗਾਵਾਂ ਮੱਝਾਂ ਨੂੰ ਖੇਤ ਉਜਾੜਤਾ, ਕਦੇ ਲੋਕਾਂ ਦੇ ਖੇਤ ਖਵਾ ਦੇਣਾ ਆਪਣੀਆਂ ਮੱਝਾਂ ਤੋਂ। ਤੇ ਅੱਜ ਜੇ ਆਪਣੀ ਫਸਲ ਬੀਜੀ ਉਹ ਝੱਲਿਆ, ਉਹ ਵੀ ਨਾ ਸੰਭਾਲੀ, ਤੂੰ ਆਖੋ ਸਤਿਨਾਮ। ਝੱਲਾ ਹੀ ਕਹਿਣਗੇ ਲੋਕ। ਪਹਿਲਾਂ ਆਪਣੀਆਂ ਮੱਝਾਂ ਕਿਸੇ ਦੇ ਖੇਤ ਚ ਵਾੜਤੀਆਂ, ਹੁਣ ਵਿਤਕਰਾ ਨਹੀਂ ਰੱਖਿਆ ਦੂਜੇ ਦੀਆਂ ਮੱਝਾਂ, ਕਹਿੰਦੇ ਇੱਧਰ ਨੂੰ ਆ ਜਾਓ, ਕੋਈ ਚੱਕਰ ਨਹੀਂ। ਪਿਤਾ ਦੀਆਂ ਗੱਲਾਂ ਸੁਣ ਸੁਣ ਕੇ ਬਾਕੀ ਵੀ ਹੈਰਾਨ ਹਨ, ਪਰ ਮਰਦ ਨੂੰ ਫਰਕ ਨਹੀਂ ਹੈ ਕੋਈ। ਕਹਿੰਦੇ ਕੋਈ ਗੱਲ ਨਹੀਂ, ਦਿਲ ਦੀ ਭੜਾਸ ਹੈ, ਕੱਢ ਲੈਣ ਦਿਓ। ਪਰ ਕੱਲ ਨੂੰ ਤਾਂ ਨਹੀਂ ਕਹਿਣਗੇ ਵੀ ਪੁੱਤ ਮੇਰਾ ਹੁਣ 20 ਕਿੱਲੇ ਬੀਜੂਗਾ। ਇਹ ਚੀਜ਼ ਤੋਂ ਤੇ ਖਹਿੜਾ ਛੁੱਟੂਗਾ ਨਾ, ਜੇ ਇੰਨਾ ਕੁ ਨੁਕਸਾਨ ਹੈ ਕੋਈ ਗੱਲ ਨਹੀਂ, ਵੱਡੇ ਲਾਲਚ ਤੋਂ ਬਚਿਆ ਜਾ ਸਕਦਾ ਏ। ਮੁਝ ਪਛਾਤ ਖਾਏ ਕਿਟ ਕਰ ਕੋ, ਰਲੇ ਫਕੀਰਨ ਸੋ ਤਜ ਕਰ ਕੋ। ਕਹਿੰਦੇ ਉਹ ਖੇਤ ਪਿਤਾ ਤੋਂ ਵੇਖਿਆ ਨਹੀਂ ਜਾਂਦਾ, ਛੱਡ ਕੇ ਖੇਤ ਬਾਹਰ ਆ ਗਏ। ਕਹਿੰਦੇ ਮੇਰੇ ਜਿਉਂਦੇ ਜੀ ਤੈਨੂੰ ਰੋਟੀ ਮਿਲਦੀ, ਜਿੱਦਣ ਮੈਂ ਅੱਖਾਂ ਬੰਦ ਕਰ ਲਈਆਂ ਨਾ, ਪੁੱਤ ਧਾਹਾਂ ਮਾਰ ਕੇ ਰੋਏਗਾ। ਆਖੋ ਸਤਿਨਾਮ। ਉਹ ਸਾਰੇ ਕਹਿੰਦੇ ਹੁੰਦੇ ਆ, ਆਪਣੇ ਵਾਲੇ ਵੀ ਕਹਿੰਦੇ ਤੁਹਾਡੇ ਵੀ ਨਹੀਂ ਜਾਂਦੇ ਸੀ, ਆਉਣ ਵਾਲਿਆਂ ਨੇ ਵੀ ਨਹੀਂ ਜਾਣਾ ਹੈ। ਕਹਿੰਦੇ ਪੁੱਤ ਰੋਏਗਾ, ਮੈਨੂੰ ਪਤਾ ਹੈ ਤੂੰ ਘਰ-ਬਾਰ ਮੇਰੇ ਹੁੰਦੇ ਤੱਕ ਹੀ ਰੱਖੇਗਾ, ਜਿੱਦਣ ਮੈਂ ਮਰ ਗਿਆ ਨਾ ਤੇਰੀ ਮਾਤਾ ਚਲੀ ਗਈ ਦੁਨੀਆ, ਤੂੰ ਸਾਦਾ ਨਾਲ ਰਲ ਜਾਣਾ ਜਾ ਕੇ। ਬਾਪੂ ਇਹ ਸ਼ਬਦ ਨੇ
ਇਹ ਪਿੰਡਾਂ ਦੀਆਂ ਆਮ ਬੋਲੀਆਂ ਨੇ। ਅੱਜ ਵੀ ਪਿੰਡ ਵਾਲਿਆਂ ਨੂੰ ਪੁੱਛ ਕੇ ਤੇ ਵੇਖੋ ਵਿਚਾਰੇ ਦਿਨ ਕੱਟੀ ਕਿਵੇਂ ਕਰਦੇ ਮਾਂ ਬਾਪ ਦੇ ਕੋਲ। ਠੀਕ ਹੈ, ਕੋਈ ਕਰਮਾਂ ਵਾਲੇ ਜਿਹਨਾਂ ਦੇ ਮਾਂ ਬਾਪ ਆਪਣੇ ਬੱਚਿਆਂ ਨੂੰ ਤੇ ਬੱਚੇ ਮਾਪਿਆਂ ਨੂੰ ਸਮਝਦੇ ਆ। ਜ਼ਿਆਦਾਤਰ ਹਰ ਘਰ ਦੇ ਵਿੱਚ ਲੜਾਈ ਮਾਇਆ 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 ਦੀ ਹੈ। ਰਿਸ਼ਤੇ ਖਤਮ ਹੋਏ ਪਏ ਮਾਇਆ ਪਿੱਛੇ, ਆਪਣਾ ਆਪਣਾ ਨਹੀਂ ਰਿਹਾ। ਤੇ ਪਿਤਾ ਜੀ ਦੇ ਬਚਨ ਕੌੜੇ ਸੀ, ਕਹਿੰਦੇ ਜਿੱਦਣ ਮੈਂ ਮਰ ਗਿਆ ਮੈਨੂੰ ਪਤਾ ਵੀ ਮੇਰੀ ਜ਼ਮੀਨ ਵੀ ਨਹੀਂ ਰਹਿੰਦੀ, ਮੇਰਾ ਘਰ ਵੀ ਨਹੀਂ ਰਹਿੰਦਾ, ਤੇ ਤੂੰ ਤੇ ਰਹਿਣਾ ਕੀ ਹੈ। ਤੇਰੇ ਤੇ ਹਾਲਾਤ ਫਕੀਰਾਂ ਵਾਲੇ ਨੇ, ਸਾਧਾਂ ਵਾਲਿਆਂ ਨੇ, ਤੂੰ ਤੇ ਮੰਗ ਕੇ ਰੋਟੀ ਖਾਏਗਾ। ਹੀਰ ਹੀਰ ਕੈ ਵਾਕ ਕਠੋਰਾ, ਲੱਖ ਕੋ ਚਾਲ ਕੋ ਰੋਸ ਨਾ ਥੋਰਾ। ਕਹਿੰਦੇ ਪਿਤਾ ਜੀ ਜਿਉਂ-ਜਿਉਂ ਫਸਲ ਵੇਖਦੇ ਤਿਉਂ-ਤਿਉਂ ਗੁੱਸਾ ਚੜੀ ਜਾਂਦਾ, ਤਿਉਂ-ਤਿਉਂ ਕਠੋਰ ਬੋਲਦੇ ਨੇ। ਉਸ ਰੱਬ ਪਿਆਰੇ ਨੂੰ ਉਹ ਬੋਲ ਵੀ ਸੁਣਨੇ ਪਏ ਜੋ ਦੁਨੀਆ ਵਿੱਚ ਅਸੀਂ ਨਹੀਂ ਸੁਣ ਸਕਦੇ। ਕਿ ਫਿਰ ਰੱਬ ਛੋਟਾ ਹੋ ਗਿਆ। ਬਾਣੀ ਲਿਖਦੀ ਆ ਨਾ, ਐਵੇਂ ਥੋੜਾ ਮਰਦ ਨੇ ਲਿਖਤਾ, ਵੱਡਾ ਨਾ ਹੋਵੇ ਘਰ ਨਾ ਜਾਵੇ। ਕਹਿੰਦੀ ਉਹਦੀ ਸਿਫਤ ਕਰਿਓ, ਵੱਡਾ ਨਹੀਂ ਹੁੰਦਾ, ਕੋਈ ਗਾਲਾਂ ਕੱਢਿਓ, ਛੋਟਾ ਨਹੀਂ ਹੁੰਦਾ। ਕਿਉਂ? ਸਥਿਰ ਰਹਿੰਦਾ। ਜਿੰਨੀ ਗੁਰੂ ਸਾਹਿਬ ਨੇ ਬਾਣੀ ਦੀ ਰਚਨਾ ਕੀਤੀ ਆਪਣੇ ਜੀਵਨ 'ਚ ਹੰਢਾ ਕੇ ਫੇਰ ਉਹ ਸਾਨੂੰ ਦੱਸਿਆ। ਐਵੇਂ ਨਹੀਂ ਵੀ ਗੱਲਾਂ ਹੀ ਨੇ ਗੱਲੀਆਂ, ਪਹਿਲਾਂ ਮਰਦ ਨੇ ਆਪਣੇ ਤੇ ਲਾਗੂ ਕੀਤਾ ਫਿਰ ਸਾਨੂੰ ਦੱਸਿਆ ਵੀ ਏਦਾਂ ਨਹੀਂ। ਪਿਤਾ ਜੀ ਨੇ ਮਾੜੇ ਸ਼ਬਦ ਬੋਲੇ, ਬੁਰਾ ਭਲਾ ਬੋਲਿਆ, ਸਾਰਿਆਂ ਨੂੰ ਬੋਲਿਆ, ਜਿਹੜਾ ਅੱਗੇ ਆ ਗਿਆ। ਆਪਣੇ ਭਰਾ ਨੂੰ ਵੀ ਬੋਲੀ ਜਾਂਦੇ, ਕਹਿੰਦੇ ਤੇਰੇ ਚਾਚੇ ਨੇ ਤੈਨੂੰ ਸਿਰ ਚੜਾਇਆ ਹੋਇਆ, ਤੈਨੂੰ ਕਿਸੇ ਕੰਮ ਨਹੀਂ ਉਹ ਲੱਗਣ ਦਿੰਦਾ। ਤੇਰੀ ਮਾਤਾ ਕਹਿੰਦੀ ਮੇਰੇ ਪੁੱਤ ਵਰਗਾ ਸਿਆਣਾ ਕੋਈ ਨਹੀਂ। ਤੇ ਬਾਪੂਆਂ ਦੀ ਆਦਤ ਹੁੰਦੀ ਆ ਨਾ, ਜਿੱਦਣ ਮੁੰਡਾ ਕਹਿਣਾ ਨਹੀਂ ਮੰਨਦਾ ਬਸ ਫਿਰ ਕਿਹਦੇ ਦੁਆਲੇ ਹੁੰਦੇ ਆ, ਤੂੰ ਵਿਗਾੜਤਾ। ਕੁੜੀ ਕਹਿਣਾ ਨਹੀਂ ਮੰਨਦੀ ਤਾਂ ਜਵਾਬ ਤੂੰ ਵਿਗਾੜਤੇ। ਜਿੱਦਣ ਚੰਗੇ ਨੰਬਰ ਲੈ ਕੇ ਆ ਗਏ, ਹੈ ਵਾਹ ਮੇਰਾ ਪੁੱਤ ਕਿੱਡਾ ਸਿਆਣਾ, ਦੇਖਿਆ ਫਿਰ ਪੁੱਤ ਕਿਹਦਾ ਵੀ ਜੇ ਚੰਗਾ ਕੀਤਾ ਅਸੀਂ ਕੀਤਾ, ਮਾੜਾ ਕਰਤਾ ਇਹਦੇ ਨਾਲ ਪਾ ਦਿਓ। ਪਿਤਾ ਜੀ ਬਹੁਤ ਬੋਲੇ, ਕਹਿੰਦੇ ਤੈਨੂੰ ਟੱਬਰ ਨੇ ਵਿਗਾੜਿਆ ਹੋਇਆ, ਕੰਮਕਾਰ ਕਰਕੇ ਤੂੰ ਰਾਜੀ ਨਹੀਂ, ਜੇ ਕਰਦਾ ਤੇ ਮਿੱਟੀ ਕਰ ਦਿੰਦਾ ਪੁੱਤ, ਤੂੰ ਸੋਨਾ ਨਹੀਂ ਬਣਾ ਸਕਦਾ। ਮੈਂ ਮਿਹਨਤ ਕਰਕੇ ਇੰਨੀ ਜ਼ਮੀਨ ਬਣਾਈ, ਇੰਨਾ ਕੁਛ ਬਣਾਇਆ, ਤੂੰ ਬਰਬਾਦੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ। ਤੁਝੇ ਜਨਮੇ ਤੇ ਕੋ ਗੁਣ ਮੋਹੀ, ਜਾਂਤੀ ਭਲੋ ਰਹਿਤ ਮੈਂ ਜੋਹੀ। ਪਿਤਾ ਦੇ ਜਿਹੜੇ ਅਗਲੇ ਸ਼ਬਦ ਸੀ ਉਹ ਸੁਣੇ ਨਹੀਂ ਸੀ ਜਾਂਦੇ। ਕਹਿੰਦੇ ਇਹ ਦੱਸ ਤੇਰੇ ਜੰਮਣ ਦਾ ਮੈਨੂੰ ਕੀ ਲਾਭ ਹੋਇਆ, ਤੂੰ ਨਾ ਜੰਮਦਾ ਸੀ ਤਾਂ ਚੰਗੇ ਹੀ ਸੀ। ਆਖੋ ਸਤਿਨਾਮ। ਨਹੀਂ ਜੰਮਦਾ। ਤੁਸੀਂ ਇਹ ਵੇਖੋ, ਇਹ ਦੁਨੀਆ ਦੀ ਬੋਲੀ ਹੈ। ਸਾਡੇ ਜੰਮਣ ਦਾ ਵੀ ਸਾਨੂੰ ਮੁੱਲ ਚੁਕਾਉਣਾ ਪੈਂਦਾ ਹੈ। ਇਹ ਕੌੜਾ ਸੱਚ ਹੈ। ਭਾਈ ਗੁਰਦਾਸ ਪੜ੍ਹਦੇ ਹੋ, ਗੁਰਬਾਣੀ ਪੜ੍ਹਦੇ ਹੋ, ਦਸਮ ਦੀ ਬਾਣੀ ਪੜ੍ਹਦੇ ਹੋ, ਭਾਈ ਨੰਦ ਲਾਲ ਜੀ ਪੜ੍ਹਦੇ ਹੋ, ਸਾਰਿਆਂ ਨੇ ਇਹੀ ਬਚਨ ਬਾਰ-ਬਾਰ ਰਿਪੀਟ ਕੀਤੇ, ਬੰਦਿਆ ਜੇ ਤੂੰ ਜੰਮਿਆ ਨਾ ਦੁਨੀਆ ਤੇ ਆਇਆ, ਤੈਨੂੰ ਇਹਦਾ ਵੀ ਮੁੱਲ ਚੁਕਾਉਣਾ ਪੈਣਾ। ਮਾਪਿਆਂ ਨੇ ਜੇ ਤੇਰੇ ਤੇ ਪੈਸੇ ਲਾਏ ਆ ਉਹ ਵੀ ਇਨਵੈਸਟਮੈਂਟ ਹੈ। ਕਹਿੰਦੇ ਕੋਈ ਨਹੀਂ, ਮੁੰਡੇ ਨੂੰ ਡਾਕਟਰ ਬਣਾ ਦਿੰਦੇ ਆ, ਇੰਜੀਨੀਅਰ ਬਣਾ ਦਿੰਦੇ ਆ, ਬੁਢਾਪਾ ਸਾਡਾ ਸੇਫ ਸਿਕਿਉਰ ਰਹੂਗਾ। ਅੱਜ ਇਹਨੂੰ ਸਾਰਾ ਕੁਝ ਦੇ ਦਿੰਦੇ ਆ, ਆਪਣਾ ਆਪ ਦੁੱਖ ਝੱਲ ਕੇ, ਕੱਲ ਨੂੰ ਸਾਡੇ ਲਈ ਇਹ ਕਰੂਗਾ ਜਿੱਧਰੋਂ ਨਹੀਂ ਕਰਦਾ। ਭਾਈ ਗੁਰਦਾਸ ਲਿਖਦੇ, ਕਹਿੰਦੇ ਵੱਖ ਹੋਵੇ ਪੁੱਤ ਰੰਨ ਲੈ, ਮਾਪਿਓ ਦੇ ਉਪਕਾਰ ਵਸਾਰੇ। ਜਿੱਦਣੋਂ ਵਿਆਹ ਕਰਾ ਕੇ ਆਪਣੀ ਪਤਨੀ ਮਗਰ ਲੱਗ ਕੇ ਆਪਣੀ ਮਾਂ ਨੂੰ ਟਿੱਚ ਜਾਣਦਾ ਹੈ, ਕਹਿੰਦੀ ਉਦਣ ਬਹਿ ਕੇ ਰੋਂਦੇ ਨੇ, ਅਸੀਂ ਕੀ ਪਰਵਰਿਸ਼ ਵਿੱਚ ਕਸਰ ਛੱਡੀ ਸੀ, ਅਸੀਂ ਕੀ ਨਹੀਂ ਇਹਨੂੰ ਦਿੱਤਾ। ਕਿਉਂਕਿ ਆਸਾਂ ਲਾਈਆਂ ਸੀ ਬਹੁਤੀਆਂ, ਹੁਣ ਆਸਾਂ ਤੇ ਫਿਰ ਗਿਆ ਪਾਣੀ, ਹੁਣ ਦੁਨੀਆ 'ਚ ਜਿਉਣ ਨੂੰ ਜੀ ਨਹੀਂ ਕਰਦਾ। ਸਤਿਨਾਮ। ਕਈਆਂ ਨੂੰ ਸਮਝ ਆ ਜਾਂਦੀ, ਕਈਆਂ ਨੂੰ ਫਿਰ ਵੀ ਨਹੀਂ ਆਉਂਦੀ, ਖੇਤਰ ਖਾ ਕੇ ਵੀ ਫਿਰੀ ਜਾਂਦੇ ਅੱਗੇ ਪਿੱਛੇ। ਗੁਰੂ ਸਾਹਿਬ ਜੀ ਨੂੰ ਸਪਸ਼ਟ ਪਿਤਾ ਨੇ ਕਹਿਤਾ, ਤੇਰੇ ਜੰਮਣ ਦਾ ਮੈਨੂੰ ਕੀ ਫਾਇਦਾ ਹੋਇਆ, ਨਾ ਜੰਮਦਾ ਤੇ ਚੰਗਾ ਸੀ, ਆ ਨੁਕਸਾਨ ਤਾਂ ਨਾ ਹੁੰਦੇ। ਉਹ ਭਾਈ ਰੱਬ ਨੂੰ ਇਹੋ ਜਿਹੇ ਬੋਲ ਸੁਣਨੇ ਪਏ, ਤੁਸੀਂ ਕਿਉਂ ਦਿਲ ਤੇ ਗੱਲਾਂ ਲਾਈ ਫਿਰਦੇ? ਆਪਾਂ ਤੇ ਹੈ ਹੀ ਕੁਛ ਨਹੀਂ। ਸਤਿਗੁਰ ਨੇ, ਪਰਮੇਸ਼ਰ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਸੁਣੀਆਂ ਇਹ ਗੱਲਾਂ ਅੱਜ ਤੱਕ ਵੀ ਗੁਰੂ ਸਾਹਿਬ ਨੂੰ ਇੰਨਾ ਕੁਝ ਝੱਲਣਾ ਪਿਆ, ਬਚਪਨ ਵਿੱਚ ਆਹ ਕੁਝ ਉਹਨਾਂ ਨਾਲ ਹੁੰਦਾ ਰਿਹਾ। ਕਿਉਂ? ਫਰਕ ਨਹੀਂ ਹੈ, ਉਹਨਾਂ ਨੂੰ ਵਿਖਾਇਆ ਅਸੀਂ ਦੁੱਖ ਸੁੱਖ ਦੇ ਵਿੱਚ ਸਮ ਕਰ ਰਹਿੰਦੇ ਹਾਂ। ਇੰਨਾ ਕੁਝ ਸੁਣ ਕੇ, ਤਾਨੇ ਮਿਹਣੇ ਸੁਣ ਕੇ ਬੇਪਰਵਾਹ ਰਹਿੰਦੇ ਨੇ, ਕੋਈ ਫਰਕ ਨਹੀਂ ਹੈ। ਤੇ ਜੇ ਕੋਈ ਤਾਰੀਫਾਂ ਕਰ ਦੂ ਫਿਰ ਕੀ ਫਰਕ ਪੈ ਜਾਣਾ। ਪਿਤਾ ਜੀ ਨੇ ਇੱਥੋਂ ਤੱਕ ਕਹਿ ਦਿੱਤਾ, ਜੇ ਪੁੱਤ ਤੂੰ ਇਹੀ ਕੁਝ ਕਰਨਾ, ਮੇਰਾ ਘਰ ਛੱਡ ਕੇ ਚਲਿਆ ਜਾ, ਸਾਡਾ ਖਹਿੜਾ ਛੱਡ ਦੇ। ਇੱਕ ਸਪੂਤ ਬਹੁ ਦਰਬ ਕਮਾਵਹਿ, ਤੂੰ ਅਸ ਭਾਜੋ ਬਾਦ ਗਵਾਵਹਿ। ਪਿਤਾ ਜੀ ਕਹਿਣ ਲੱਗੇ, ਵੇਖ ਫਲਾਣੇ ਦਾ ਪੁੱਤ
ਸੁਪੁੱਤਰ ਆ ਉਹ ਚੰਗਾ, ਇੰਨੇ ਪੈਸੇ ਕਮਾਉਂਦਾ, ਇੰਨੀ ਖੇਤੀ ਕਰਦਾ, ਇੱਕ ਤੂੰ ਨਕੰਮਾ, ਤੈਨੂੰ ਕੰਮ ਵੀ ਲਾ ਦਈਏ, ਪਿਓ ਵੀ ਕੋਲੇ ਬੈਠਾ, ਖਰਚੇ ਵੀ ਕਰਦਾ, ਜਿੰਨਾ ਕੁ ਕਹਿ ਦੋ ਕਰਦਾ, ਉਹ ਵੀ ਬਰਬਾਦੀ ਕਰ ਦਿੰਦਾ। ਇੱਕ ਤੇ ਇਹਨਾਂ ਦੀ ਆ ਤਾਨੇ ਮੇਨੇ ਬੰਦੇ ਨੂੰ ਮਾਰ ਲੈਂਦੇ। ਮੇਰੇ ਵਰਗਾ ਵਿਚਾਰਾ 2-3 ਵਾਰ ਆਈਲੈਟਸ ਕੀਤੀ ਹੋਵੇ, ਕੁਛ ਬਣੇ ਨਾ, ਤੇ ਘਰ ਦੇ ਹੀ ਦੇਖ ਤੇਰੇ ਚਾਚੇ ਦਾ ਮੁੰਡਾ ਕਦੋਂ ਦਾ ਬਾਹਰ ਚੱਲ ਗਿਆ, ਤੂੰ ਇੱਥੇ ਗੇੜੀਆਂ ਲਾਉਣ ਜੋਗਾ ਹੀ ਹੈ। ਅਗਲਾ ਬੜਾ ਹੈਰਾਨ ਕਹਿੰਦਾ ਯਾਰ ਉਹਦੇ ਕਰਮ ਨੇ, ਉਹਦੇ ਮਾਪਿਆਂ ਲਾਏ, ਉਹਦੀ ਕਿਸਮਤ ਜਾਗੀ, ਚਲੇ ਗਿਆ, ਮੇਰਾ ਉਹਦੇ ਨਾਲ ਕੀ ਕੰਪੀਟੀਸ਼ਨ ਹੈ, ਮੈਨੂੰ ਕਿਉਂ ਘੜੀਸੀ ਜਾਂਦੇ ਹੋ। ਇੱਕ ਤੇ ਦੁਨੀਆ ਦੇ ਤਾਨੇ ਮੇਨੇ, ਲੋਕਾਂ ਦੀਆਂ ਨੌਕਰੀਆਂ, ਲੋਕਾਂ ਦੇ ਕੰਮਕਾਰ, ਸਾਨੂੰ ਸਾਡੇ ਘਰੇ ਨਹੀਂ ਸੌਣ ਦਿੰਦੇ ਆ, ਸਾਡੇ ਨਾਲ ਉਹੀ ਸੁਣਾਈ ਜਾਂਦੇ ਨੇ, ਫਲਾਣੇ ਦੀ ਕੁੜੀ ਪੜ੍ਹ ਕੇ ਡਾਕਟਰ ਲੱਗ ਗਈ, ਫਲਾਣੇ ਦੀ ਕੁੜੀ ਪਾਇਲਟ ਬਣ ਗਈ, ਤੂੰ ਬਸ ਵਿਹਲਾ, ਖਾ ਲਿਆ ਪੀ ਲਿਆ, ਕ੍ਰੈਡਿਟ ਕਾਰਡ ਚੱਕਿਆ, ਇੱਧਰ ਚੱਲ ਗਿਆ ਉੱਧਰ ਚੱਲ ਗਿਆ। ਅਗਲਾ ਕਹਿੰਦਾ ਯਾਰ ਵੀ ਬਸ ਇੱਦਾਂ ਹੀ ਠੀਕ ਆ ਮੇਰਾ, ਕਿਉਂਕਿ ਅਸੀਂ ਕਿਸੇ ਵਰਗੇ ਨਹੀਂ ਬਣ ਸਕਦੇ ਤੇ ਸਾਡੇ ਵਰਗਾ ਕੋਈ ਨਹੀਂ ਬਣ ਸਕਦਾ। ਕਦੋਂ ਸਮਝ ਆਊਗੀ? ਇਹਨੂੰ ਕਹਿੰਦੇ ਜਨਰੇਸ਼ਨ ਗੈਪ ਜੋ ਅੱਜ ਸਾਡੇ 'ਚ ਪਿਆ ਹੋਇਆ ਨਾ, ਇਹੀ ਫਰਕ ਹੈ। ਬਜ਼ੁਰਗ ਪੁਰਾਣੀਆਂ ਗੱਲਾਂ ਕਰੀ ਜਾਂਦੇ, ਬੱਚੇ ਕਹਿੰਦੇ ਅਸੀਂ ਐਡਵਾਂਸ ਆ, ਉੱਥੇ ਕੀ ਹੈ, ਡਾਂਗ ਖੜਕਦੀ ਹੈ। ਉਹ ਕਹਿੰਦਾ ਬਾਪੂ ਖਬਰਦਾਰ ਜੇ ਮੇਰੇ ਸਾਹਮਣੇ ਆ ਕੇ ਮੈਨੂੰ ਬੁਲਾਇਆ, ਮੇਰੇ ਦੋਸਤਾਂ ਸਾਹਮਣੇ ਕੁਛ ਬੋਲਿਆ, ਤੇ ਬਾਪੂ ਵੀ ਕਹਿੰਦਾ ਯਾਰ ਕੋਈ ਨਹੀਂ, ਆਪਾਂ ਕਾਹਨੂੰ ਕਹਿਣਾ, ਜੇ ਕੁਛ ਕਹਾਂਗੇ ਆਪਣੀ ਇੱਜ਼ਤ ਆਪਣੇ ਹੱਥ ਹੈ, ਕਿਉਂਕਿ ਪਿਓ ਨੂੰ ਪੁੱਤ ਕੁੱਟਣ ਲੱਗੇ ਟਾਈਮ ਨਹੀਂ ਲਾਉਂਦਾ ਅੱਜ ਕੱਲ੍ਹ, ਪਤਾ ਹੀ ਹੈ ਤੁਹਾਨੂੰ, ਅਗਲਾ ਬਾਲੇ ਕੱਢ ਦਿੰਦਾ, ਕਰਦਾ ਕੋਈ ਬਰਬਾਦ। ਇਹ ਜਨਰੇਸ਼ਨ ਗੈਪ ਹੈ। ਉਹਨਾਂ ਸਮਿਆਂ 'ਚ ਤੇ ਕੋਈ ਜਨਰੇਸ਼ਨ ਗੈਪ ਨਹੀਂ ਸੀ, ਤਾਨੇ ਮਿਹਣੇ ਲੋਕਾਂ ਦੇ ਗੁਰੂ ਸਾਹਿਬ ਨੂੰ ਝੱਲਣੇ ਪਏ। ਵੇਖ ਫਲਾਣੇ ਦਾ ਪੁੱਤ ਇੰਨੀ ਖੇਤੀ ਕਰਦਾ, ਫਲਾਣਾ ਮੱਝਾਂ ਚਾਰ ਕੇ ਆਉਂਦਾ, ਤੂੰ ਨੁਕਸਾਨ ਦਾ ਕਰ, ਘੁਮਾ ਫਰਾ ਕੇ ਲੋਕਾਂ ਦੀਆਂ ਤਾਰੀਫਾਂ ਕਰਕੇ ਸਾਰਾ ਭਾਂਡਾ ਸਿਰ ਤੇ ਭੰਨ ਦੇਣਾ। ਆਖੋ ਸਤਿਨਾਮ, ਸਾਰਾ ਸਿਰ ਤੇ। ਤੇ ਗੁਰੂ ਸਾਹਿਬ ਨਾ ਪਿਤਾ ਤੋਂ ਕਈ ਕਦਮ ਪਿੱਛੇ ਪਿੱਛੇ ਤੁਰੇ ਆਉਂਦੇ ਆ ਘਰ ਨੂੰ। ਬਾਪੂ ਜੀ ਅੱਗੇ ਅੱਗੇ ਬੋਲਦੇ ਆਉਂਦੇ ਆ, ਬਹੁਤ ਬੋਲੇ, ਜਿੰਨਾ ਹੋਇਆ ਉਨਾ ਬੋਲੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਪਿੱਛੇ ਜਦੋਂ ਆਉਂਦੇ ਤੇ ਲੋਕ ਵੇਖ ਕੇ ਹੱਸਦੇ ਆ, ਕਹਿੰਦੇ ਵੇਖ ਲਓ ਅੱਜ ਫੇਰ ਕੁਛ ਕਰ ਆਇਆ ਪੁੱਤ, ਅੱਜ ਫੇਰ ਕੋਈ ਗੱਲਬਾਤ ਐਸੀ ਕੀਤੀ ਹੈ ਜਿਸ ਕਰਕੇ ਪਿਤਾ ਕਲਪੇ ਹੋਏ ਨੇ। ਜਾਏ ਨਗਰ ਪੁਨ ਦਿਜਵਰ ਸਦਨਾ, ਓ ਪਲੰਬ ਕੋਨ ਕੈ ਬਚ ਬਦਨਾ। ਗੁਰੂ ਸਾਹਿਬ ਪਿੱਛੇ ਪਿੱਛੇ ਚੁੱਪ ਚਪੀਤੇ ਆਉਂਦੇ ਆ, ਕਦਮ ਦਰ ਕਦਮ ਤੁਰੇ, ਤੇ ਬਾਪੂ ਜੀ ਲੋਕਾਂ ਨੂੰ ਵੇਖ ਕੇ ਹੋਰ ਵੱਧਦੇ ਆ। ਇਹ ਬਜ਼ੁਰਗਾਂ ਦਾ ਸੁਭਾਅ ਹੁੰਦਾ ਹੈ। ਜੇ ਨਾ ਘਰੇ ਪਿਓ ਪੁੱਤ ਦੀ ਗੱਲਬਾਤ ਹੋ ਗਈ, ਜਿਹੜੇ ਤੇ ਪੜ੍ਹੇ ਲਿਖੇ ਸਮਝਦਾਰ ਨੇ ਉਹ ਤੇ ਅੰਦਰ ਬਹਿ ਕੇ ਸੋਲਵ ਕਰਦੇ ਆ। ਜਿਹੜੇ ਪਿੰਡ ਵਾਲੇ ਆ ਨਾ, ਉਹ ਗਲੀ 'ਚ ਜਾ ਕੇ ਰੌਲਾ ਪਾਉਣਗੇ ਵੀ ਪਤਾ ਲੱਗੇ ਕੀ ਕਰਕੇ ਆਇਆ, ਤਾਂ ਜੋ ਦਬਾਅ ਪ੍ਰੈਸ਼ਰ ਬਿਲਡ ਹੋਵੇ ਇਹਦੇ ਤੇ ਹੋਰ। ਇਹ ਥੋੜਾ ਜਿਹਾ ਸਮਝੇ। ਤੇ ਗੁਰੂ ਸਾਹਿਬ ਤੇ ਸੋਚਦੇ, ਕਹਿੰਦੇ ਮਨਾ ਮੇਰਿਆ, ਅੱਗੇ ਲੋਕ ਆਪਾਂ ਨੂੰ ਕਿੰਨੇ ਕੁ ਮੈਡਲ ਪਾਉਂਦੇ ਆ, ਕਿੰਨਾ ਕੁ ਸਤਿਕਾਰ ਕਰਦੇ, ਲੋਕ ਇਹੀ ਕਹਿੰਦੇ ਆਲਸੀ ਆ, ਸੁੱਤਾ ਪਿਆ ਰਹਿੰਦਾ, ਕੱਢ ਲੈਣ ਦੇ ਨਾਲ। ਮਹਾਰਾਜ ਪਿੱਛੇ ਪਿੱਛੇ ਆਉਂਦੇ, ਪਿੱਛੇ ਪਿੱਛੇ ਤੁਰੇ ਆਉਂਦੇ, ਤੇ ਬਾਪੂ ਜੀ ਨੇ ਤੇ ਜੀ ਕਿਸੇ ਨੂੰ ਨਹੀਂ ਬਖਸ਼ਿਆ। ਵਿੱਚੇ ਭਾਈ ਬਾਲਾ ਜੀ ਕਹਿੰਦੇ ਸਾਨੂੰ ਵੀ ਹਾਰ ਪਾ ਦੇ, ਆਖੋ ਸਤਿਨਾਮ। ਮੈਨੂੰ ਘਰ ਬੈਠੇ ਹੀ ਮਾਣ ਸਨਮਾਨ ਮਿਲ ਗਿਆ, ਜਦ ਕਿ ਮੈਂ ਨਾਲ ਬੀਜਣ ਵਾਲਿਆਂ 'ਚ ਨਹੀਂ, ਵਢਾਉਣ ਵਾਲਿਆਂ 'ਚ ਨਹੀਂ, ਪਸ਼ੂ ਚਰਾਉਣ ਵਾਲਿਆਂ 'ਚ ਨਹੀਂ। ਪਿਤਾ ਨੇ ਫਿਰ ਸਾਰਿਆਂ ਨੂੰ ਇੱਕੋ ਜਿਹਾ ਸਨਮਾਨ ਦਿੱਤਾ ਏ। ਵੇਦ ਪੁਰਾਣ ਸਭੇ ਤੁਮ ਝੂਠੇ, ਸੂਦੇ ਕਹੋ ਹੋਤ ਹੈ ਪੂਠੇ। ਫੜ ਕੇ ਸਤਿਗੁਰਾਂ ਦੀ ਬਾਹ ਪਿਤਾ ਕਹਿੰਦਾ ਚੱਲ ਪਹਿਲਾਂ ਫਿਰ ਪੰਡਤ ਹਰਦਿਆਲ ਨੂੰ ਹੀ ਮਿਲਾਈਏ। ਸਤਿਨਾਮ। ਬਣਾਉਂਦਾ ਸੀ ਪੱਤਰੀਆਂ, ਕਹਿੰਦਾ ਸੀ ਤੇਰਾ ਪੁੱਤ ਛਤਰ ਚਲਾਊਗਾ, ਰਾਜਾ ਬਣੂ, ਪੁੱਛਾਂ ਤੇ ਸਹੀ ਘਰ ਬਤਾਉਣ ਤੇ ਖੜਿਆ। ਇਹ ਹੁਣ ਜੀ ਸਮਾਂ ਹੋ ਗਿਆ, ਧੰਨ ਨੇ ਪੰਡਤ ਹਰਦਿਆਲ ਜੀ, ਜਿਨ੍ਹਾਂ ਨੂੰ ਰੱਬ ਕਹਿਣ ਦਾ ਵੀ ਏਡਾ ਵੱਡਾ ਫਲ ਮਿਲ ਰਿਹਾ। ਅਸੀਂ ਤੇ ਮਾੜਾ ਜਿਹਾ ਸਿੱਖ ਬਣ ਕੇ 4 ਦਿਨ ਪਾਠ ਕਰ ਲਿਆ, ਜੇ ਕੋਈ ਨੁਕਸਾਨ ਹੋ ਗਿਆ, ਹਾਂ ਯਾਰ ਮੈਂ ਨਹੀਂ ਗੁਰਦੁਆਰੇ ਜਾਂਦਾ, ਮੇਰਾ ਤੇ ਨੁਕਸਾਨ ਹੋ ਗਿਆ ਸੀ, ਮੈਂ ਨਹੀਂ ਜਾਂਦਾ, ਮੇਰੇ ਤੋਂ ਨਹੀਂ ਹੋਣਾ, ਰੱਬ ਨੇ ਮੇਰੇ ਨਾਲ ਹੀ ਕਰਤਾ। ਇੱਧਰ ਵੇਖੋ, ਰੱਬ ਦੇ ਪਿਆਰਿਆਂ ਨੂੰ ਦੁੱਖ ਸੁੱਖ ਤਤਿਕਸ਼ਾ ਝੱਲਣੀ ਪੈਂਦੀ, ਕਸੂਰ ਹੋਵੇ ਨਾ ਹੋਵੇ, ਜ਼ਮਾਨਾ ਇਲਜ਼ਾਮ ਜ਼ਰੂਰ ਲਾ ਦਿੰਦਾ ਹੈ, ਝੱਲਣੀ ਵੀ ਪੈਂਦੇ ਆ। ਜੋ ਕੁਝ ਹੋਊਗਾ ਜੀ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ।